गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हुए जो आप सिमरन अभ्यास करते सतगुरु गुरबाणी गुरु विच सानू समझाउंदे भी जदों साडे बहुत वड्डे भाग होण, साडा पिछला पूरबला कोई चंगा कर्म प्रगट हुंदा है, फिर सानू ये सत संगत मिलती है अते सत संगत दे विच मिल के फिर आपां ये सिमरन अभ्यास करते हैं। सतगुरु कहते भी जेड़े गुरमुख फिर वड्डे भागां वाले उन्हां दे मुख दे विचों ये मालक दी वाह वाह निकलदी, उहदी औसत वडियाई निकलदी है। सतगुरु फरमाउंदे बड़ भागियां बाहो बाहो मूहों कढाई,
ਬਈ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਉਹਨਾਂ ਦੇ ਮੁਖ ਦੇ ਵਿੱਚੋਂ ਇਹ ਮਾਲਕ ਸਿਮਰਨ ਅਭਿਆਸ ਕਰਾਉਂਦਾ ਹੈ। ਬਾਹੋ ਬਾਹੋ ਬਈ ਆਪਦੀ ਵਾਹ ਵਾਹ, ਆਪਦੀ ਵਡਿਆਈ, ਆਪਦੇ ਗੁਣ, ਇਹ ਜੋ ਹੁਣ ਆਪਾਂ ਸਿਮਰਨ ਕਰਦੇ ਹਾਂ ਇਹਨੂੰ ਕਹਿੰਦੇ ਪਰਮਾਤਮਾ ਦੇ ਗੁਣ ਗਾਉਣੇ, ਮਾਲਕ ਦੀ ਵਡਿਆਈ ਕਰਨੀ, ਵਾਹਿਗੁਰੂ ਦੀ ਵਡਿਆਈ ਕਰਨੀ। ਵਾਹੇ ਦਾ ਮਤਲਬ ਹੁੰਦਾ ਹੈ ਵੀ ਜੋ ਤੂੰ ਬਣਾਇਆ ਉਹਦੀ ਵਾਹ ਵਾਹ, ਉਹਦੀ ਵਡਿਆਈ। ਜੋ ਤੂੰ ਬਣਾਇਆ ਉਹਦੀ ਵੀ ਵਾਹ ਵਾਹ, ਤੇ ਜੋ ਗੁਰੂ ਹੈ ਉਹਦੀ ਵੀ ਵਾਹ ਵਾਹ, ਉਹਦੀ ਵੀ ਵਡਿਆਈ। ਇਸ ਲਈ ਆਪਾਂ ਕਹਿੰਦੇ ਹਾਂ ਵਾਹ ਗੁਰੂ, ਵੀ ਤੇਰੀ ਵਾਹ ਵਾਹ, ਤੇਰੀ ਵਡਿਆਈ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਸਾਰੇ ਗੁਰਮੁਖ ਇਕੱਠੇ ਹੋ ਕੇ ਸਾਡੇ ਜਿਹੜੇ ਮਨ ਨੇ ਇਹਨਾਂ ਨੂੰ ਸੁਰਤੀਆਂ ਆਖੀ, ਅਸੀਂ ਸਾਰੀਆਂ ਪਰਮਾਤਮਾ ਨਿਰੰਕਾਰ ਉਸ ਪੁਰਖ ਦੀਆਂ ਨਾਰਾਂ, ਪੁਰਖ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਆਪਾਂ ਸਾਰੀਆਂ ਸੁਰਤੀਆਂ, ਸਾਰੇ ਮਨ ਉਸ ਇੱਕੋ ਪੁਰਖ ਦੇ ਨਾਰਾਂ ਨੇ, ਉਸ ਦੀਆਂ ਜੀਵ ਇਸਤਰੀਆਂ। ਮਹਾਰਾਜ ਫਰਮਾਉਂਦੇ ਇਸ ਪੁਰਖ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਇਹ ਪੁਰਖ ਇੱਕੋ ਹੀ ਹੈ, ਬਾਕੀ ਸਾਰੀਆਂ ਅਸੀਂ ਉਹਦੀਆਂ ਨਾਰਾਂ, ਜੀਵ ਇਸਤਰੀਆਂ। ਹੁਣ ਸੰਗਤ ਰੂਪ ਦੇ ਵਿੱਚ ਜਦੋਂ ਆਪਾਂ ਸਾਰੀਆਂ ਜੀਵ ਇਸਤਰੀਆਂ ਮਿਲ ਕੇ ਪਰਮਾਤਮਾ ਦੀ ਉਸਤਤ ਕਰਦੀਆਂ, ਉਹਦੀ ਆਪਾਂ ਇਹ ਵਡਿਆਈ ਕਰਦੀਆਂ, ਉਦੋਂ ਸਾਨੂੰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਵੀ ਇਹ ਗੁਰਮੁਖ ਸਖੀਆਂ, ਬਈ ਇਹ ਸਹੇਲੀਆਂ ਇਕੱਠੀਆਂ ਹੋ ਕੇ ਮਾਲਕ ਦੀ ਗੁਣ ਗਾਉਂਦੀਆਂ, ਉਹਦਾ ਜਸ ਗਾਉਂਦੀਆਂ। ਸਤਿਗੁਰੂ ਫਰਮਾਉਂਦੇ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ, ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆਂ। ਬਈ ਉਹ ਜਿਹੜੀਆਂ ਸਖੀਆਂ ਉਹ ਫਿਰ ਨਿਤ ਬੈਠ ਕੇ ਮਾਲਕ ਦੇ ਗੁਣ ਗਾਉਂਦੀਆਂ, ਉਹਦੀ ਸਿਫਤ ਸਲਾਹ ਕਰਦੀਆਂ ਆਪਦੇ ਪਤੀ ਦੀ, ਪਰਮੇਸ਼ਰ ਦੀ। ਉਹਨਾਂ ਨੂੰ ਕਹਿੰਦੇ ਗੁਰਮੁਖ ਸਖੀਆਂ। ਹੁਣ ਆਪਾਂ ਸਾਰੇ ਜਦੋਂ ਸੰਗਤ ਰੂਪ ਦੇ ਵਿੱਚ ਮਿਲ ਕੇ ਇਹਦੇ ਇਕੱਠੇ ਹੋ ਕੇ ਸਿਮਰਨ ਕਰਦੇ, ਇਹ ਬਹੁਤ ਵੱਡੇ ਭਾਗ ਗੁਰਬਾਣੀ ਗੁਰੂ ਚ ਮਹਾਰਾਜ ਦੱਸਦੇ ਬਈ ਜੇ ਸਾਡੇ ਬਹੁਤ ਚੰਗੇ ਭਾਗ ਹੋਣ ਫੇਰ ਹੀ ਸਾਨੂੰ ਇਹ ਸਤ ਸੰਗਤ ਮਿਲਦੀ, ਤੇ ਜੇ ਹੋਰ ਚੰਗੇ ਭਾਗ ਹੋਣ ਫਿਰ ਅਸੀਂ ਇਹ ਗੁਰੂ ਦਾ ਸ਼ਬਦ ਬੈਠ ਕੇ ਦ੍ਰਿੜ ਕਰਦੇ। ਮਾਰੇ ਫਰਮਾਉਂਦੇ ਜੇ ਵਡ ਭਾਗ ਹੋਵੇ ਅਤ ਨੀਕ, ਤਾਂ ਗੁਰ ਮੰਤਰ ਨਾਮ ਦਰਡੀਜੇ। ਬਈ ਜੇ ਸਾਡੇ ਬਹੁਤ ਚੰਗੇ ਭਾਗ ਹੋਣ, ਉੱਤਮ ਭਾਗ ਹੋਣ, ਫਿਰ ਇਹ ਸਾਨੂੰ ਸਤਿਗੁਰੂ ਸਮਾਂ ਬਖਸ਼ਿਸ਼ ਕਰਦੇ, ਫਿਰ ਇਹ ਸਾਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ। ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਨਹੀਂ ਮਿਲਦੀ, ਤੇ ਜਦ ਤੱਕ ਜੀਵ ਸਤ ਸੰਗਤ ਦੇ ਵਿੱਚ ਨਹੀਂ ਆਉਂਦਾ, ਉਹਦਾ ਜਿਹੜਾ ਮਨ ਹੈ ਉਹ ਸ਼ੁੱਧ ਨਹੀਂ ਹੋ ਸਕਦਾ, ਉਹਦਾ ਮਨ ਪਵਿੱਤਰ ਨਹੀਂ ਹੋ ਸਕਦਾ। ਸਤ ਸੰਗਤ ਤੋਂ ਬਿਨਾਂ ਜਿਹੜਾ ਸਾਡਾ ਮਨ ਉਹ ਮੈਲ ਦੇ ਨਾਲ, ਪਾਪਾਂ ਦੇ ਨਾਲ ਭਰਿਆ ਰਹਿੰਦਾ ਹੈ। ਮਾਰੇ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਕਿ ਬਿਨਾਂ ਭਾਗਾਂ ਤੋਂ ਇਹ ਸਤ ਸੰਗਤ ਨਹੀਂ ਲੱਭਦੀ, ਨਹੀਂ ਮਿਲਦੀ, ਤੇ ਸੰਗਤ ਤੋਂ ਬਿਨਾਂ ਜੀਵ ਦਾ ਮਨ ਨਹੀਂ ਸ਼ੁੱਧ ਹੁੰਦਾ। ਜਿਵੇਂ ਹੁਣ ਕਈ ਜੀਵ ਆਮ ਕਹਿ ਦਿੰਦੇ
ਵੀ ਮਨ ਸਾਫ਼ ਹੋਣਾ ਚਾਹੀਦਾ ਜੀ, ਮਨ ਸ਼ੁੱਧ ਹੋਣਾ ਚਾਹੀਦਾ। ਗੁਰਦੁਆਰੇ ਕੀ ਲੈਣ ਜਾਣਾ, ਸਾਡਾ ਤਾਂ ਮਨ ਸਾਫ਼ ਹੈ। ਹੁਣ ਮਨ ਹੈ ਜਿਹੜਾ ਇਹ ਗੱਲਾਂ ਬਾਤਾਂ ਨਾਲ ਸਾਫ਼ ਨਹੀਂ ਹੁੰਦਾ। ਕਈ ਜੀਵ ਕਹਿ ਦੇਣਗੇ ਵੀ ਇਹ ਮਨ ਦਾ ਬੜਾ ਸਾਫ਼ ਹੈ, ਪਰ ਮੂੰਹ ਦਾ ਥੋੜ੍ਹਾ ਜਿਹਾ ਬੜਬੋਲਾ ਹੈ, ਪਰ ਇਹਦੇ ਮਨ 'ਚ ਕੁਛ ਨਹੀਂ, ਮਨ ਦਾ ਬੜਾ ਸਾਫ਼ ਹੈ। ਹੁਣ ਜਿਹੜੇ ਜੀਵ ਇੱਦਾਂ ਕਹਿੰਦੇ, ਮਨ ਦਾ ਤਾਂ ਉਹਨਾਂ ਨੂੰ ਗਿਆਨ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਮਨ ਨੂੰ ਮੈਲ ਕਿਹੜੀ ਲੱਗਦੀ, ਵੀ ਮਨ ਮੈਲਾ ਕਿਵੇਂ ਹੁੰਦਾ ਹੈ। ਹੁਣ ਜਿਹੜਾ ਮੂੰਹ ਦਾ ਬੜਬੋਲਾ ਹੈ, ਮੁੱਖ ਦੇ ਵਿੱਚੋਂ ਜੀਵ ਨਿੰਦਿਆ ਕਰ ਰਿਹਾ, ਮੁੱਖ ਦੇ ਵਿੱਚੋਂ ਫਿੱਕੇ ਬੋਲ ਬੋਲ ਰਿਹਾ ਹੈ, ਅਤੇ ਉਹਦਾ ਮਨ ਕਿੱਥੋਂ ਸ਼ੁੱਧ ਹੋ ਗਿਆ? ਕਿਉਂਕਿ ਜਿਹੜੀ ਚੀਜ਼ ਸਾਡੇ ਮਨ ਦੇ ਅੰਦਰ ਵਸੀ ਹੁੰਦੀ ਹੈ, ਉਹ ਸਾਡੇ ਮੁੱਖ ਰਾਹੀਂ ਬਾਹਰ ਨਿਕਲਦੀ। ਸਤਿਗੁਰੂ ਕਹਿੰਦੇ ਵੀ ਜਿਹੜੀ ਚੀਜ਼ ਸਾਡੇ ਅੰਦਰ ਵਸੀ ਉਹ ਛਪਾਇਆ ਛੁਪਦੀ ਨਹੀਂ ਹੈ, ਉਹ ਸਾਡੇ ਮੁੱਖ ਰਾਹੀਂ ਬਾਹਰ ਨਿਕਲ ਆਉਂਦੀ। ਮਾਰੇ ਫਰਮਾਉਂਦੇ ਅੰਤਰ ਹੋਈ ਸੋ ਨਿਕਲੇ ਨ ਛਪੇ ਛਪਾਇਆ, ਵੀ ਜਿਹੜੀ ਚੀਜ਼ ਸਾਡੇ ਅੰਦਰ ਹੈ ਉਹ ਛਪਾਇਆ ਛੁਪਣੀ ਨਹੀਂ, ਉਹ ਮੁੱਖ ਰਾਹੀਂ ਬਾਹਰ ਨਿਕਲ ਆਉਣੀ। ਹੁਣ ਜਿਹੜੇ ਜੀਵ ਮੁੱਖ ਦੇ ਵਿੱਚੋਂ ਤਾਂ ਪਰਾਈ ਨਿੰਦਿਆ ਕਰਦੇ, ਮੁੱਖ ਦੇ ਵਿੱਚੋਂ ਵੈਰ ਵਿਰੋਧ ਦੀ ਗੱਲ ਕਰਦੇ, ਈਰਖਾ ਨਫ਼ਰਤ ਦੀ ਗੱਲ ਕਰਦੇ, ਫਿੱਕੇ ਬੋਲ ਬੋਲਦੇ, ਅਤੇ ਉਹ ਆਖਣ ਇਹਨਾਂ ਦਾ ਮਨ ਬੜਾ ਸ਼ੁੱਧ ਹੈ। ਮਨ ਤਾਂ ਇੰਨਾ ਮੈਲਾ ਮੰਨਦੇ ਆ, ਵਿੱਚ ਤਾਂ ਮੈਲ ਭਰੀ ਪਈ ਹੈ, ਉਹੀ ਤਾਂ ਮੁੱਖ ਰਾਹੀਂ ਬਾਹਰ ਨਿਕਲਦੀ। ਜਿਵੇਂ ਹੁਣ ਆਮ ਜੀਵ ਕਹਿੰਦੇ ਦਿਲ ਸਾਫ਼ ਹੋਣਾ ਚਾਹੀਦਾ ਜੀ, ਮਨ ਸਾਫ਼ ਹੋਣਾ ਚਾਹੀਦਾ। ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਉਹਦਾ ਮਨ ਕਦੇ ਸਾਫ਼ ਹੋ ਨਹੀਂ ਸਕਦਾ। ਸਤ ਸੰਗਤ ਤੋਂ ਬਿਨਾਂ ਤਾਂ ਮਨ ਸਾਫ਼ ਹੋਣਾ ਹੀ ਨਹੀਂ। ਮਹਾਰਾਜ ਸਪਸ਼ਟ ਕਹਿੰਦੇ ਬਿਨ ਸੰਗਤ ਮੈਲ ਭਰੀ ਜੇ ਜੀਓ, ਬਈ ਸਤ ਸੰਗਤ ਤੋਂ ਬਿਨਾਂ ਇਹ ਮੈਲ ਦੇ ਨਾਲ ਭਰਿਆ ਹੋਇਆ, ਅੱਤ ਮੈਲ ਹੈ, ਅੱਤ ਦਾ ਮਲੀਨ। ਹੁਣ ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਇਹ ਸਤ ਸੰਗਤ ਦੀ ਮਹਿਮਾ ਦੱਸਦੇ, ਸਤ ਸੰਗਤ ਦੀ ਵਡਿਆਈ ਦੱਸਦੇ, ਵੀ ਇਹਦੇ ਨਾਲ ਸਾਡਾ ਮਨ ਹੈ ਜਿਹੜਾ ਨਿਰਮਲ ਹੋ ਜਾਂਦਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਵੀ ਇਹ ਮਹਿਮਾ ਹੈ ਸਾਧ ਸੰਗਤ ਦੀ, ਸੰਤਾਂ ਦੇ ਸਾਧੂਆਂ ਦੇ ਸੰਗਤ ਦੀ, ਬਈ ਸਾਡਾ ਚਿੱਤ, ਸਾਡਾ ਮਨ ਨਿਰਮਲ ਹੋ ਜਾਂਦਾ, ਸਾਡੇ ਪਾਪ ਨੇ ਜਿਹੜੇ, ਇਹ ਪਾਪਾਂ ਦੀ ਮੈਲ ਲੱਥ ਜਾਂਦੀ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜਿੰਨਾ ਸਮਾਂ ਅਸੀਂ ਸੰਗਤ ਕਰ ਸਕਦੇ, ਇੱਕ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਵੀ ਅਸੀਂ ਸੰਗਤ ਕਰੀਏ ਉਹਨਾਂ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹਾ ਹੀ ਲਾਹ। ਮਹਾਰਾਜ ਫਰਮਾਉਂਦੇ ਕਬੀਰ ਏਕ ਘੜੀ, ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੀ ਜੋ ਕੀਨੇ ਸੋ ਲਾਭ। ਬਈ ਜੋ ਵੀ ਅਸੀਂ ਸਤ ਸੰਗਤ ਕਰਦੇ ਹਾਂ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹ ਹੀ ਲਾਹ। ਸਤ ਸੰਗਤ ਦੇ ਵਿੱਚ ਸਾਨੂੰ ਆਇਆਂ ਨੂੰ ਇੱਥੇ ਜੋ ਵਿਚਾਰ ਚੱਲਦੀ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਜਿਵੇਂ ਆਪਾਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ, ਹੁਣ ਇਹ ਜੋ ਸਤ ਸੰਗਤ ਹੈ, ਸਤਿਗੁਰੂ ਕਹਿੰਦੇ ਵੀ ਇਹ ਮੇਰਾ ਸਕੂਲ ਹੈ। ਜਿਵੇਂ ਸਕੂਲਾਂ 'ਚ ਪੜ੍ਹਾਈ ਜਾਂਦੀ, ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ, ਇੱਥੇ ਸਾਨੂੰ ਜੋ ਗਿਆਨ ਦਿੱਤਾ ਜਾਂਦਾ ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਇਹ ਬ੍ਰਹਮ ਵਿਦਿਆ ਹੈ, ਇਹ ਸਾਡੇ ਅੰਦਰ ਦਾ ਗਿਆਨ, ਸਾਰਾ ਸਾਡੇ ਅੰਦਰ ਦੀ ਸੋਝੀ। ਇਸ ਲਈ ਮਹਾਰਾਜ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ
ਵੀ ਜਿੱਥੇ ਆ ਕੇ ਅਸੀਂ ਪਰਮਾਤਮਾ ਦੇ ਗੁਣ ਸਿੱਖਣੇ, ਇਹ ਸਾਰਾ ਗਿਆਨ ਲੈਣਾ, ਸੋਝੀ ਲੈਣੀ ਵੀ ਸਾਡੇ ਮਨ ਕਾਹਤੋਂ ਅਸ਼ਾਂਤ ਨੇ, ਕਿਉਂ ਦੁਖੀ ਨੇ, ਸਾਡੇ ਪਰਿਵਾਰਾਂ ਦੇ ਵਿੱਚ ਕਿਉਂ ਲੜਾਈਆਂ ਝਗੜੇ ਨੇ, ਕਾਹਤੋਂ ਇਹ ਵੈਰ ਵਿਰੋਧ ਹੈ, ਇਹਨੂੰ ਖਤਮ ਕਿਵੇਂ ਕਰਨਾ, ਇਹ ਸਾਰਾ ਫਿਰ ਸਾਨੂੰ ਇਹ ਬ੍ਰਹਮ ਦੇ ਗਿਆਨ ਦੇ ਵਿੱਚ ਦੱਸਿਆ ਜਾਂਦਾ। ਸੰਸਾਰੀ ਜਿਹੜੀ ਪੜ੍ਹਾਈ ਹੈ ਦੁਨਿਆਵੀ, ਉਹ ਵੱਖਰੀ ਹੈ, ਇਹ ਬ੍ਰਹਮ ਦਾ ਗਿਆਨ ਵੱਖਰਾ। ਸੰਸਾਰ ਦੀ ਪੜ੍ਹਾਈ ਅਸੀਂ ਕਿੰਨੀ ਵੀ ਕਰ ਲਈਏ, ਉਹਦੇ ਵਿੱਚ ਸਾਨੂੰ ਅੰਦਰ ਦਾ ਕੋਈ ਗਿਆਨ ਨਹੀਂ ਦਿੱਤਾ ਜਾਂਦਾ, ਉਹ ਸਿਰਫ ਬਾਹਰੀ ਗਿਆਨ। ਇਸ ਸੰਸਾਰ ਦੇ ਵਿੱਚ ਪੜ੍ਹ ਲਿਖ ਕੇ ਕਿਵੇਂ ਅਸੀਂ ਚੰਗਾ ਕਾਰੋਬਾਰ ਕਰ ਸਕਦੇ ਹਾਂ, ਕਿਵੇਂ ਕੋਈ ਨੌਕਰੀ ਕਰ ਸਕਦੇ ਹਾਂ, ਕਿਵੇਂ ਅਸੀਂ ਘਰ-ਬਾਰ ਆਪਦੇ ਰਹਿਣ ਵਾਸਤੇ ਵਧੀਆ ਬਣਾ ਸਕਦੇ ਹਾਂ, ਕਿਵੇਂ ਸਾਡੀ ਬੋਲਚਾਲ ਚੰਗੀ ਹੋ ਜੇ, ਕਿਵੇਂ ਅਸੀਂ ਵਧੀਆ ਕੱਪੜੇ ਪਹਿਨਣੇ ਸ਼ੁਰੂ ਕਰ ਦਈਏ। ਜਾਣੀ ਕਿ ਇਹ ਸਿਰਫ ਬਾਹਰੀ ਗਿਆਨ ਹੈ, ਇਹਦੇ ਵਿੱਚ ਕੋਈ ਅੰਦਰ ਦਾ ਗਿਆਨ ਨਹੀਂ। ਇਸ ਕਰਕੇ ਸੰਸਾਰ ਦੀ ਜੀਵ ਕਿੰਨੀ ਵੀ ਪੜ੍ਹਾਈ ਕਰ ਲਵੇ, ਉਹਦੇ ਅੰਦਰੋਂ ਜਿਹੜਾ ਵੈਰ ਵਿਰੋਧ ਹੈ ਉਹ ਖਤਮ ਨਹੀਂ ਹੁੰਦਾ, ਉਹਦੇ ਅੰਦਰੋਂ ਹਉਮੈ ਹੰਕਾਰ ਨਹੀਂ ਜਾਂਦਾ। ਜਿਹੜੇ ਬਹੁਤ ਪੜ੍ਹੇ ਲਿਖੇ ਉਹ ਵੀ ਆਪਸ ਵਿੱਚ ਲੜਦੇ ਨੇ, ਉਹਨਾਂ ਦੇ ਅੰਦਰ ਵੀ ਈਰਖਾ, ਉਹਨਾਂ ਦੇ ਅੰਦਰ ਵੀ ਵੈਰ ਵਿਰੋਧ ਹੈ, ਕਿਉਂਕਿ ਉਹਨਾਂ ਨੇ ਸਿਰਫ ਬਾਹਰੀ ਸੰਸਾਰ ਦੀ ਪੜ੍ਹਾਈ ਤਾਂ ਪੜ੍ਹੀ ਹੈ, ਉਹਨਾਂ ਨੇ ਸਤ ਸੰਗਤ ਨਹੀਂ ਕੀਤੀ, ਉਹਨਾਂ ਨੇ ਸਤਿਗੁਰਾਂ ਤੋਂ ਗਿਆਨ ਨਹੀਂ ਲਿਆ, ਉਹਨਾਂ ਨੂੰ ਅੰਦਰ ਦੀ ਕੋਈ ਸੋਝੀ ਨਹੀਂ, ਅੰਦਰ ਦਾ ਕੋਈ ਗਿਆਨ ਨਹੀਂ। ਇਸ ਵਾਸਤੇ ਫਿਰ ਜਿਵੇਂ ਹੁਣ ਆਪਾਂ ਇਹ ਸੰਸਾਰ ਦੀ ਪੜ੍ਹਾਈ ਜ਼ਰੂਰੀ ਸਮਝਦੇ ਵੀ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਬੱਚੇ ਸਾਡੇ ਪੜ੍ਹ ਲਿਖ ਜਾਣ, ਚੰਗੀ ਪੜ੍ਹਾਈ ਕਰ ਲੈਣ, ਚੰਗੀ ਨੌਕਰੀ ਕਰ ਲੈਣ ਕੋਈ। ਹੁਣ ਇਸੇ ਤਰ੍ਹਾਂ ਹੀ ਨਾਲ ਨਾਲ ਸਾਡੀ ਇਹ ਸੋਚ ਹੋਣੀ ਚਾਹੀਦੀ ਵੀ ਜਿਹੜੇ ਸਾਡੇ ਬੱਚੇ, ਉਹਨਾਂ ਨੂੰ ਅਸੀਂ ਇਹ ਬ੍ਰਹਮ ਦਾ ਗਿਆਨ ਵੀ ਦਈਏ, ਵੀ ਨਾਲ ਨਾਲ ਉਹਨਾਂ ਨੂੰ ਸਤ ਸੰਗਤ ਵੀ ਕਰਾਈਏ, ਤਾਂ ਕਿ ਉਹਨਾਂ ਨੂੰ ਅੰਦਰ ਦਾ ਗਿਆਨ ਵੀ ਹੁੰਦਾ ਜਾਵੇ। ਇਹ ਨਾ ਹੋਵੇ ਵੀ ਉਹਨਾਂ ਨੂੰ ਬਾਹਰੀ ਗਿਆਨ ਤਾਂ ਬਥੇਰਾ ਹੋ ਜੇ ਪਰ ਅੰਦਰ ਦਾ ਗਿਆਨ ਨਾ ਹੋਵੇ। ਜੇ ਅੰਦਰ ਦਾ ਗਿਆਨ ਨਹੀਂ ਹੋਏਗਾ ਤੇ ਉਹ ਦੁਖੀ ਹੋ ਜਾਣਗੇ ਅੱਗੇ ਜਾ ਕੇ, ਉਹਨਾਂ ਦੇ ਮਨ 'ਚ ਕਲੇਸ਼, ਉਹਨਾਂ ਦੇ ਤਨ 'ਚ ਕਲੇਸ਼, ਅੱਗੇ ਪਰਿਵਾਰ 'ਚ ਕਲੇਸ਼ ਪੈਦਾ ਹੋ ਜਾਏਗਾ, ਉਹ ਹੋਰ ਦੁਖੀ ਤੇ ਹੋਰ ਅਸ਼ਾਂਤ ਹੋ ਜਾਣਗੇ। ਤਾਂ ਕਰਕੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਨਾਲ ਨਾਲ ਸਾਨੂੰ ਬ੍ਰਹਮ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ, ਤਾਂ ਕਿ ਸਾਨੂੰ ਸਾਡੇ ਮਨ ਦਾ ਗਿਆਨ ਹੋਵੇ, ਸਾਡੇ ਮਨ ਦਾ ਸੰਤੁਲਨ ਨਾ ਵਿਗੜੇ, ਸਾਡੇ ਮਨ ਅਸ਼ਾਂਤ ਨਾ ਹੋਣ, ਦੁਖੀ ਨਾ ਹੋਣ। ਉਹ ਤਾਂ ਹੀ ਹੋਏਗਾ ਜੇ ਹੁਣ ਅਸੀਂ ਸਤ ਸੰਗਤ ਕਰਾਂਗੇ। ਸਤ ਸੰਗਤ ਵੀ ਸਤਿਗੁਰੂ ਕਹਿੰਦੇ ਵੀ ਜਿੱਥੇ ਸਾਰਾ ਗਿਆਨ ਦਿੱਤਾ ਜਾਂਦਾ ਹੋਵੇ, ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਉਹਨੂੰ ਗੁਰਬਾਣੀ 'ਚ ਸਤ ਸੰਗਤ ਆਖਿਆ। ਨਹੀਂ, ਸੰਗਤ ਤਾਂ ਜਿੱਥੇ ਚਾਰ ਜੀਵ ਇਕੱਠੇ ਹੁੰਦੇ ਉਹਨੂੰ ਵੀ ਸੰਗਤ ਕਹਿੰਦੇ। ਹੁਣ ਉੱਥੇ ਵਿਚਾਰ ਕੀ ਚੱਲਦੀ ਹੈ, ਜਿਹਦਾ ਉੱਥੇ ਸੰਸਾਰ ਦੀ ਵਿਚਾਰ ਚੱਲਦੀ ਹੈ, ਦੁਨਿਆਵੀ ਮਾਇਆ ਦੀ, ਉਹਨੂੰ ਸਤ ਸੰਗਤ ਨਹੀਂ ਆਖੀ। ਸਤ ਸੰਗਤ ਉਹਨੂੰ ਕਹਿੰਦੇ ਜਿੱਥੇ ਕੋਈ ਸੰਸਾਰ ਦੀ ਗੱਲ ਨਹੀਂ, ਕੋਈ ਦੁਨਿਆਵੀ ਕਿਸੇ ਧਨ ਦੌਲਤ ਦੀ ਗੱਲ ਨਹੀਂ, ਸਿਰਫ ਪਰਮਾਤਮਾ ਨੂੰ ਮਿਲਾਪ ਦਾ ਰਸਤਾ, ਸਾਡੇ ਅੰਦਰ ਦਾ ਗਿਆਨ, ਸਾਰੀ ਅੰਦਰ ਦੀ ਸੋਝੀ ਕਿ ਨਾਮ ਕੀ ਹੈ, ਨਾਮ ਕਿਵੇਂ ਸਾਡੇ ਅੰਦਰ ਗੁਪਤ ਹੈ ਤੇ ਕਿਵੇਂ ਪ੍ਰਗਟ ਹੁੰਦਾ, ਕਿਵੇਂ ਅਸੀਂ ਨਾਮ ਨੂੰ ਸੁਣਨਾ ਤੇ ਫਿਰ ਕਿਵੇਂ ਅਸੀਂ ਨਾਮ 'ਚ ਸਮਾਉਣਾ ਤੇ ਮਾਲਕ ਦੇ ਵਿੱਚ ਲੀਨ ਹੋਣਾ। ਇਹ ਸਾਰਾ ਫਿਰ ਸਾਨੂੰ ਇਹ ਸਤ ਸੰਗਤ ਦੇ ਵਿੱਚ ਭੇਜ ਦਿੱਤਾ ਜਾਂਦਾ ਵੀ ਸਾਡਾ ਘਰ ਕੀ ਹੈ, ਕਿੱਥੇ ਹੈ ਸਾਡਾ ਘਰ, ਜਿਹਨੂੰ ਨਿਜ ਮਹਿਲ 10ਵਾਂ ਦਵਾਰ ਕਹਿੰਦੇ, ਜਿਹਨੂੰ ਥਿਰ ਘਰ ਕਹਿੰਦੇ। ਜੋ ਅਸੀਂ ਪੜ੍ਹਦੇ ਤਾਂ ਰੋਜ਼ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ, ਪੜ੍ਹ ਲਿਆ, ਪਰ ਉਹ ਨਿਜ ਮਹਿਲ ਹੈ ਕਿੱਥੇ,
ਉਹ ਨਿੱਜ ਮਹਿਲ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਕਿਵੇਂ ਅਸੀਂ ਉਹਨੂੰ ਖੋਲ੍ਹਣਾ, ਕਿਵੇਂ ਅਸੀਂ ਉਹ ਨਿੱਜ ਮਹਿਲ 'ਚ ਜਾਣਾ ਤਾਂ ਕਿ ਸਾਡਾ ਦੁਬਾਰਾ ਸੰਸਾਰ 'ਚ ਫੇਰਾ ਨਾ ਹੋਵੇ, ਅਸੀਂ ਜਨਮ ਮਰਨ ਦੇ ਚੱਕਰ 'ਚ ਨਾ ਪਈਏ। ਉਹ ਸਾਰਾ ਫਿਰ ਆਪਾਂ ਨੂੰ ਇਹ ਸਤ ਸੰਗਤ ਦੇ ਵਿੱਚ ਆ ਕੇ ਭੇਜਦਾ ਉੱਥੇ। ਇਸ ਲਈ ਮਹਾਰਾਜ ਸਾਨੂੰ ਸਤ ਸੰਗਤ ਦੀ ਪਹਿਚਾਣ ਦੱਸਦੀ, ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਬਈ ਜਿੱਥੇ ਨਾਮ ਦਾ ਵਖਿਆਨ ਹੁੰਦਾ, ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਵਾਹਿਗੁਰੂ ਨੂੰ, ਜਿੱਥੇ ਸਿਮਰਨ ਅਭਿਆਸ ਹੁੰਦਾ, ਐਸੀ ਸਤ ਸੰਗਤ ਦੇ ਵਿੱਚ ਜਾ ਕੇ ਕਹਿੰਦੇ ਚੁੱਪ ਕਰਕੇ ਬੈਠ ਜਾਓ। ਮਾਰੇ ਫਰਮਾਉਂਦੇ ਤਿਤ ਜਾਏ ਬਹੁ ਸਤ ਸੰਗਤੀ, ਜਿਥੇ ਹਰ ਕਾ ਹਰ ਨਾਮ ਬਲੋਈਏ। ਵੀ ਜਿਥੇ ਮਾਲਕ ਦਾ ਸਿਮਰਨ ਹੁੰਦਾ, ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਐਸੀ ਸਤ ਸੰਗਤ ਦੇ ਵਿੱਚ ਮਾਲਕ ਆਪ ਹਾਜ਼ਰ ਹੁੰਦਾ। ਜਦੋਂ ਅਸੀਂ ਸਤ ਸੰਗਤ 'ਚ ਆ ਕੇ ਬੈਠ ਜਾਂਦੇ ਹਾਂ, ਫਿਰ ਮਾਲਕ ਸਾਡੇ ਪਿਛਲੇ ਕੀਤੇ ਹੋਏ ਔਗਣ ਉਹ ਸਾਰੇ ਬਖਸ਼ ਦਿੰਦਾ, ਸਾਡੇ ਮਾਫ ਕਰ ਦਿੰਦਾ, ਸਾਨੂੰ ਮੁਕਤ ਕਰ ਦਿੰਦਾ ਅਤੇ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ। ਇਹ ਸਤ ਸੰਗਤ ਦੀ ਵਡਿਆਈ। ਮਾਰੇ ਫਰਮਾਉਂਦੇ ਮੁਕਤ ਭਏ ਕਰ ਸਾਧ ਸੰਗਤ, ਤਿਨ ਕੇ ਔਗਣ ਸਭ ਪਰ ਹਰਿਆ, ਤਿਨ ਕੋ ਦੇਖ ਭਏ ਹੈ ਕਿਰਪਾਲਾ, ਤਿਨ ਭਵ ਸਾਗਰ ਤਰਿਆ। ਬਈ ਮਾਲਕ ਐਡਾ ਕਿਰਪਾਲੂ, ਇੰਨਾ ਦਿਆਲੂ ਹੈ। ਜਦੋਂ ਅਸੀਂ ਸਤ ਸੰਗਤ 'ਚ ਆ ਗਏ, ਉਹ ਫਿਰ ਸਾਡੀ ਔਗਣ ਨਹੀਂ ਦੇਖਦਾ, ਉਹ ਸਾਨੂੰ ਮੁਕਤ ਕਰ ਦਿੰਦਾ, ਸਾਨੂੰ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰ ਦਿੰਦਾ। ਇਹ ਸਤ ਸੰਗਤ ਦੀ ਵਡਿਆਈ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਵੀ ਸਤ ਸੰਗਤ ਦੇ ਵਿੱਚ ਉਹ ਆਪ ਵਸਦਾ, ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਕੋਈ ਸੰਸਾਰ ਦੀ ਵਿਚਾਰ ਨਹੀਂ ਹੁੰਦੀ ਦੁਨਿਆਵੀ। ਹੁਣ ਇਸ ਵਾਸਤੇ ਫਿਰ ਇਹ ਸਤ ਸੰਗਤ ਦੇ ਵਿੱਚ ਵਿਰਲੇ ਵਿਰਲੇ ਜੀਵ ਆਉਂਦੇ, ਕਿਉਂਕਿ ਇੱਥੇ ਕੋਈ ਮਾਇਆ ਦੀ ਗੱਲ ਨਹੀਂ, ਸੰਸਾਰੀ ਕੋਈ ਲੈਣ ਦੇਣ ਦੀ ਗੱਲ ਨਹੀਂ। ਜ਼ਿਆਦਾ ਭੀੜ ਉੱਥੇ ਹੁੰਦੀ ਜਿੱਥੇ ਸੰਸਾਰ ਦੀ ਮਾਇਆ ਦੀ ਗੱਲ ਚੱਲਦੀ ਹੈ। ਜਿਵੇਂ ਜਿੱਥੇ ਵਿਚਾਰ ਕੀਤੀ ਜਾਵੇ ਬਈ ਜੇ ਤੁਹਾਡੇ ਸਿਰ 'ਤੇ ਕਰਜ਼ਾ ਚੜ੍ਹਿਆ, ਕਰਜ਼ਾ ਕਿਵੇਂ ਲਾਉਣਾ, ਉਹਦੇ ਵਾਸਤੇ ਆਹ ਸ਼ਬਦ ਦਾ ਜਾਪ ਕਰ ਲਓ। ਜੇ ਤੁਹਾਡੇ ਬੱਚੇ ਨਹੀਂ ਹੁੰਦੇ ਤਾਂ ਤੁਸੀਂ ਆਹ ਸ਼ਬਦ ਦਾ ਜਾਪ ਕਰ ਲਓ। ਜੇ ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਤੁਸੀਂ ਆਹ ਕਰ ਲਓ। ਸਤ ਸੰਗਤ ਦੇ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ, ਇਹ ਵਿਚਾਰ ਨਹੀਂ, ਇਹ ਸਭ ਮਾਇਆ ਦੀਆਂ, ਇਹ ਸਭ ਝੂਠਾ ਹੈ। ਇਹ ਵਿਚਾਰ ਨਹੀਂ ਚੱਲਦੀ ਸਤ ਸੰਗਤ ਦੇ ਵਿੱਚ। ਸਤ ਸੰਗਤ ਦੇ ਵਿੱਚ ਤਾਂ ਇਹ ਵਿਚਾਰ ਚੱਲਣੀ ਹੈ ਵੀ ਸਾਡੇ ਮਨ ਦੀ ਸਾਰੀ ਕਹਾਣੀ, ਇਹ ਸਰੀਰ ਦੀ ਕੋਈ ਗੱਲ ਨਹੀਂ। ਇਸ ਸਰੀਰ ਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਪਿੰਡ, ਖੇਤ, ਧਰਤੀ, ਦੇਸ਼, ਘਰ ਕਹਿ ਕੇ ਪਾਸੇ ਕਰ ਦਿੱਤੇ। ਜਿਹੜਾ ਇਹਦੇ ਅੰਦਰ ਮਨ ਵਸਦਾ ਹੈ, ਸਾਰੀ ਕਹਾਣੀ ਹੈ ਜਿਹੜੀ ਉਹ ਮਨ ਦੀ ਚੱਲਦੀ। ਹੁਣ ਮਨ ਵਾਸਤੇ ਸੰਸਾਰ ਦੇ ਵਿੱਚ ਕੁਛ ਨਹੀਂ ਹੈ। ਜਦੋਂ ਮਨ ਦੀ ਕਹਾਣੀ ਚੱਲਣੀ, ਨਾ ਤਾਂ ਮਨ ਨੂੰ ਇਹ ਪੈਸਿਆਂ ਦੀ ਲੋੜ ਹੈ, ਇਹ ਪੈਸੇ ਨਹੀਂ ਵਰਤ ਸਕਦਾ, ਨਾ ਇਹਨੂੰ ਸੰਸਾਰੀ ਆਹ ਹੋਰ ਦੁਨਿਆਵੀ ਭੋਜਨ ਜਿਹੜਾ ਇਹਦੀ ਖੁਰਾਕ ਨਹੀਂ, ਨਾ ਇਹਨੂੰ ਆਹ ਘਰ ਬਾਰ ਇਹਦੇ ਵਿੱਚ ਨਹੀਂ ਰਹਿੰਦਾ। ਜਾਣੀ ਕਿ ਮਨ ਦਾ ਸਾਰਾ ਵੱਖਰਾ ਹੈ, ਤਨ ਦਾ ਵੱਖਰਾ ਹੈ। ਹੁਣ ਸਾਰੀ ਕਹਾਣੀ ਇੱਥੇ ਮਨ ਦੀ ਚੱਲਦੀ, ਮਨ ਨੂੰ ਸਮਝਾਇਆ ਜਾਂਦਾ। ਤਾਂਹੀਓ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਮਨ ਨੂੰ ਪਿਆਰ ਦੇ ਨਾਲ ਵੀ, ਦੇਖ ਹੁਣ ਤੈਨੂੰ ਮੌਕਾ ਮਿਲਿਆ, ਹੁਣ ਤੈਨੂੰ ਵਾਰੀ ਮਿਲੀ ਹੈ। ਕਾਹਦੇ ਵਾਸਤੇ ਵਾਰੀ ਮਿਲੀ? ਪਰਮਾਤਮਾ ਨੂੰ ਮਿਲਣ ਵਾਸਤੇ। ਮਾਰੇ ਫਰਮਾਉਂਦੇ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਜਬ ਲਗ ਜੋਵਨ ਸਾਸ ਹੈ, ਤਬ ਲਗੇ ਤਨ ਦੇ। ਬਈ ਮਿੱਤਰਾ ਹੁਣ ਸੁਣ ਲੈ ਧਿਆਨ ਦੇ ਨਾਲ,
ਵੀ ਹੁਣ ਤੈਨੂੰ ਵੇਲਾ ਮਿਲਿਆ, ਹੁਣ ਤੇਰੇ ਕੋਲ ਇਹ ਮੌਕਾ, ਹੁਣ ਤੈਨੂੰ ਵਾਰੀ ਮਿਲੀ। ਤੇ ਵਾਰੀ ਵੀ ਸਾਨੂੰ ਕਈਆਂ ਯੁੱਗਾਂ ਬਾਅਦ ਮਿਲਦੀ, ਬੜੇ ਲੰਮੇ ਸਮੇਂ ਬਾਅਦ ਇਹ ਮਾਨਸ ਜਾਮਾ ਮਿਲਦਾ ਸਾਨੂੰ। ਸਤਿਗੁਰੂ ਕਹਿੰਦੇ ਵੀ ਕਈਆਂ ਯੁੱਗਾਂ ਬਾਅਦ ਇਹ ਵਾਰੀ ਮਿਲੀ, ਤੇ ਹੁਣ ਵਾਰੀ ਮਿਲੀ ਮਾਲਕ ਨੂੰ ਮਿਲਣ ਵਾਸਤੇ, ਤੇ ਹੁਣ ਕਿਉਂ ਨਹੀਂ ਸਿਮਰਨ ਕਰਦੇ, ਫਿਰ ਕਿਉਂ ਨਹੀਂ ਸਤ ਸੰਗਤ ਕਰਦੇ। ਮਾਰੇ ਫਰਮਾਉਂਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਮਾਰੇ ਕਹਿੰਦੇ ਵੀ ਪਹਿਲਾਂ ਤਾਂ ਬਹੁਤ ਜੁਗ ਲੰਘ ਗਏ ਫਿਰਦੇ ਫਿਰਦੇ, ਕਾਹਦੇ ਵਾਸਤੇ, ਮਾਨਸ ਦੇ ਹੀ ਲਈ, ਵੀ ਕਿਤੇ ਸਾਨੂੰ ਮਾਨਸ ਜਾਮਾ ਮਿਲ ਜੇ। ਤੇ ਹੁਣ ਮਾਨਸ ਜਾਮਾ ਮਿਲ ਗਿਆ, ਤੇ ਹੁਣ ਫਿਰ ਕਿਉਂ ਨਹੀਂ ਸਿਮਰਨ ਕਰਦੇ, ਕਿਉਂ ਨਹੀਂ ਸਤ ਸੰਗਤ ਕਰਦੇ, ਕਿਉਂ ਨਹੀਂ ਇਹ ਸੋਝੀ ਲੈਂਦੇ ਵੀ ਹੁਣ ਇਹ ਸਾਨੂੰ ਜਿਹੜਾ ਮਾਨਸ ਜਾਮਾ ਮਿਲਿਆ ਕਾਹਦੇ ਵਾਸਤੇ ਮਿਲਿਆ। ਹੁਣ ਮਾਨਸ ਜਾਮੇ ਵਿੱਚ ਵੀ ਜੀਵ ਜਦ ਤੱਕ ਸਤ ਸੰਗਤ ਨਹੀਂ ਕਰਦਾ ਉਹਨਾਂ ਸਮਾਂ ਉਹ ਜੀਵਨ ਦਾ ਲਾਹਾ ਨਹੀਂ ਕੱਢ ਸਕਦਾ, ਕਿਉਂਕਿ ਉਹ ਕਰਮ ਦੇ ਨਾਲ ਜੁੜਿਆ ਰਹਿੰਦਾ, ਇੱਧਰ ਦਿਨ ਰਾਤ ਕਰਮ ਹੀ ਕੀਤੀ ਜਾਂਦਾ। ਸਤਿਗੁਰੂ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਪਸ਼ੂਆਂ ਵਰਗਾ ਹੈ। ਵੀ ਬੇਸ਼ੱਕ ਮਾਨਸ ਜਾਮਾ ਤੁਹਾਨੂੰ ਮਿਲ ਗਏ, ਦੇਖਣ ਨੂੰ ਤਾਂ ਲੱਗਦੇ ਵੀ ਇਹ ਮਾਨਸ ਨੇ, ਪਰ ਹੈ ਇਹ ਪਸ਼ੂਆਂ ਵਰਗੇ। ਮਨਮੁਖ ਜੀਵ ਕੀ ਕਰਦਾ ਹੈ, ਸਵੇਰੇ ਉੱਠਦਾ, ਇਹ ਨਹੀਂ ਪਤਾ ਵੀ ਇਹ ਸਰੀਰ 'ਚ ਮੈਂ ਕਿਵੇਂ ਪ੍ਰਵੇਸ਼ ਹੋਇਆ, ਕਿੱਥੋਂ ਆਇਆ, ਕਿਹਨੇ ਮੈਨੂੰ ਭੇਜਿਆ। ਸਵੇਰੇ ਉੱਠਿਆ, ਖਾਧਾ ਪੀਤਾ, ਕਰਮ 'ਤੇ ਲੱਗ ਗਿਆ, ਸਾਰਾ ਦਿਨ ਪਸ਼ੂਆਂ ਵਾਂਗੂ ਕੰਮ ਕੀਤੀ ਗਿਆ। ਰਾਤ ਨੂੰ ਵਿਹਲਾ ਹੋਇਆ, ਖਾ ਲਿਆ ਪੀ ਲਿਆ, ਲੜਾਈਆਂ ਝਗੜੇ ਕਰ ਲਏ, ਤੇ ਫਿਰ ਸੌਂ ਗਏ। ਸਤਿਗੁਰੂ ਕਹਿੰਦੇ ਵੀ ਐਸਾ ਜੀਵਨ ਤਾਂ ਇੱਕ ਪਸ਼ੂ ਵੀ ਗੁਜ਼ਾਰਦਾ, ਉਹ ਵੀ ਖਾਂਦਾ ਪੀਂਦਾ, ਉਹ ਵੀ ਸੌਂਦਾ ਹੈ, ਉਹ ਵੀ ਆਪਦੇ ਬੱਚੇ ਪਾਲਦਾ। ਵੀ ਇਹ ਜਿਹੜਾ ਤੁਹਾਨੂੰ ਮਾਨਸ ਜਾਮਾ ਦਿੱਤਾ 84 ਲੱਖ ਜੂਨ ਤੋਂ ਉੱਤੋਂ, ਇਹ ਸਿਰਫ ਇਸ ਵਾਸਤੇ ਨਹੀਂ ਦਿੱਤਾ ਵੀ ਤੁਸੀਂ ਖਾ ਲਿਆ ਪੀ ਲਿਆ, ਕਰਮ ਕਰ ਲਿਆ, ਸੌਂ ਗਏ, ਬੱਚੇ ਪਾਲ ਲਏ। ਇਹ ਮਾਨਸ ਜਾਮੇ ਦਾ ਅਸਲ ਮਕਸਦ ਹੈ ਵੀ ਹੁਣ ਤੁਸੀਂ ਇਹਦੇ ਵਿੱਚ ਭਗਤੀ ਕਰੋ, ਹੁਣ ਤੁਸੀਂ ਪਰਮਾਤਮਾ ਨਾਲ ਮਿਲਾਪ ਕਰੋ, ਤੁਹਾਨੂੰ ਇਹ ਵਾਰੀ ਮਿਲੀ, ਮੌਕਾ ਮਿਲੇ। ਪਰ ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੈਨੂੰ ਮਾਨਸ ਜਾਮਾ ਮਿਲਿਆ ਕਾਹਦੇ ਵਾਸਤੇ। ਇਸ ਵਾਸਤੇ ਫਿਰ ਸਤਿਗੁਰੂ ਫਰਮਾਉਂਦੇ ਵੀ ਸਤ ਸੰਗਤ ਤੋਂ ਬਿਨਾਂ ਜੀਵ ਦਾ ਜਿਹੜਾ ਜੀਵਨ ਉਹ ਪਸ਼ੂਆਂ ਦੇ ਨਿਆਈ। ਮਾਰੇ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜੈਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੇ ਸਭ ਚੋਰ। ਮਾਰੇ ਕਹਿੰਦੇ ਵੀ ਸਤ ਸੰਗਤ ਤੋਂ ਬਿਨਾਂ ਜੀਵ ਜਿਵੇਂ ਪਸ਼ੂ ਭਾਰ ਢੋਂਦਾ, ਮਨਮੁਖ ਸਾਰੀ ਉਮਰ ਭਾਰ ਹੀ ਢੋਣ ਲੱਗਿਆ ਰਹਿੰਦਾ, ਸਾਰੀ ਉਮਰ ਕਰਮ ਹੀ ਕੀਤੀ ਜਾਂਦਾ, ਭਾਰ ਹੀ ਢੋਈ ਜਾਂਦਾ। ਤੇ ਜਿਹੜਾ ਭਾਰ ਢੋਂਦਾ ਇੱਥੋਂ ਕੁਛ ਨਾਲ ਨਹੀਂ ਲਿਜਾ ਸਕਦਾ। ਜਿਨ੍ਹਾਂ ਦੀ ਖਾਤਰ ਕਰਮ ਕਰਦਾ, ਸਾਰੀ ਉਮਰ ਕਰਮ ਕਰਦਾ ਰਹਿੰਦਾ, ਤੇ ਜਦੋਂ ਇੱਥੋਂ ਜਾਂਦਾ ਇੱਥੋਂ ਖਾਲੀ ਹੱਥ ਚਲਾ ਜਾਂਦਾ, ਕਿਉਂਕਿ ਇੱਥੋਂ ਕੁਛ ਨਾਲ ਨਹੀਂ ਲਿਜਾ ਸਕਦਾ। ਤੇ ਜਿਨ੍ਹਾਂ ਦੀ ਖਾਤਰ ਕਰਦਾ ਉਹ ਅੱਗੇ ਸਾਥ ਨਹੀਂ ਦਿੰਦੇ, ਕਿਉਂਕਿ ਉਹ ਸਾਰਾ ਕੁਛ ਇੱਥੇ ਹੀ ਰਹਿ ਗਿਆ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿਹੜਾ ਧਨ ਤੁਹਾਡੇ ਨਾਲ ਜਾਣਾ ਹੈ ਤੁਸੀਂ ਨਾਲ ਨਾਲ ਉਹਨੂੰ ਵੀ ਇਕੱਠਾ ਕਰੋ। ਜਿਵੇਂ ਹੁਣ ਦੌੜ ਲੱਗੀ, ਜੀਵ ਦਿਨ ਰਾਤ ਸੰਸਾਰ ਦਾ ਧਨ ਤਾਂ ਇਕੱਠਾ ਕਰੀ ਜਾਂਦਾ ਹੈ, ਜਿਹੜਾ ਕਿ ਅਸੀਂ ਇੱਥੇ ਹੀ ਛੱਡ ਜਾਣਾ। ਰੋਜ਼ ਦੀ ਰੋਜ਼ ਦਾ ਖੇਲ ਹੈ। ਸਵੇਰੇ ਆਪਾਂ ਇਸ ਸਰੀਰ ਇਸ ਲੋਕ ਦੇ ਵਿੱਚ ਆਉਂਦੇ ਹਾਂ, ਜਦੋਂ ਹੁਣ ਰਾਤ ਹੁੰਦੀ ਹੈ, ਰਾਤ ਨੂੰ ਆਪਾਂ ਇਹ ਲੋਕ ਨੂੰ ਛੱਡ ਕੇ ਅਸੀਂ ਵਾਪਸ ਆਪਦੇ ਦੇਸ਼ ਪਰਲੋਕ ਨੂੰ ਜਾਣਾ ਹੁੰਦਾ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਸਵੇਰੇ ਆਉਣਾ, ਇੱਥੇ ਆ ਕੇ ਪਾਉਣ ਦੇ ਵਿੱਚ ਸਾਡੇ ਮਨ ਨੇ ਪ੍ਰਵੇਸ਼ ਹੋਣਾ, ਤੇ ਤ੍ਰੈ ਗੁਣਾਂ ਦੇ ਵਿੱਚ ਇਹਨੇ ਖੇਲ ਖੇਲਣਾ।
ਫਿਰ ਜਦੋਂ ਰਾਤ ਹੁੰਦੀ ਹੈ, ਖੇਲ ਨੂੰ ਬੰਦ ਕਰਕੇ, ਗਰਾਊਂਡ ਖਾਲੀ ਕਰਕੇ ਵਾਪਸ ਆਪਦੇ ਦੇਸ਼, ਆਪਦੇ ਘਰ ਜਾ। ਇਹ ਨਿੱਤ ਦੀ ਨਿੱਤ ਦਾ ਖੇਲ ਹੈ। ਮਾਰੇ ਫਰਮਾਉਂਦੇ ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਹੁਣ ਦਿਨ ਦੇ ਸਮੇਂ ਆਪਾਂ ਜੋ ਵੀ ਇੱਥੇ ਕਰਦੇ, ਇੱਥੋਂ ਅਸੀਂ ਕੁਛ ਨਾਲ ਨਹੀਂ ਲੈ ਜਾ ਸਕਦੇ। ਸਵੇਰ ਤੋਂ ਸ਼ਾਮ ਤੱਕ ਆਪਾਂ ਜੋ ਵੀ ਕੀਤਾ, ਜਦੋਂ ਹੁਣ ਆਪਾਂ ਇੱਥੋਂ ਆਪਦੇ ਦੇਸ਼ ਨੂੰ ਵਾਪਸ ਜਾਣਾ, ਅਸੀਂ ਸਾਰਾ ਕੁਛ ਇੱਥੇ ਹੀ ਧਰ ਕੇ ਜਾਣਾ, ਇੱਥੋਂ ਕੁਛ ਨਾਲ ਨਹੀਂ ਲੈ ਜਾ ਸਕਦੇ। ਰਾਤ ਨੂੰ ਜਦੋਂ ਆਪਾਂ ਸੌਂ ਜਾਂਦੇ ਹਾਂ, ਸੌਣ ਤੋਂ ਮਗਰੋਂ ਅਸੀਂ ਆਪਦੇ ਦੇਸ਼ ਜਾਂਦੇ ਹਾਂ, ਜਿਹਨੂੰ ਪਰਲੋਕ ਕਹਿੰਦੇ ਨੇ। ਹੁਣ ਉਹ ਜਿਹੜਾ ਪਰਲੋਕ ਹੈ, ਆ ਖਾਲੀ ਖਲਾ ਦੇ ਵਿੱਚ ਆਪਾਂ ਵੱਸਦੇ ਹਾਂ। ਜਿਹੜਾ ਧਰਤੀ ਤੋਂ ਅਸਮਾਨ ਤੱਕ ਆਪਾਂ ਇਹਦੇ ਵਿੱਚ ਚੱਲਦੇ ਹਾਂ। ਇਹ ਸਰੀਰ ਤਾਂ ਇੱਥੇ ਹੀ ਪਿਆ ਹੁੰਦਾ, ਇਹਨੂੰ ਤਾਂ ਆਪਾਂ ਇੱਥੇ ਹੀ ਛੱਡ ਜਾਂਦੇ, ਇਹਨੂੰ ਕੱਪੜਾ ਕਹਿੰਦੇ, ਕੱਪੜਾ ਇੱਥੇ ਹੀ ਲਾ ਜਾਂਦੇ। ਜਿਹੜਾ ਅੰਦਰ ਮਨ ਵੱਸਦਾ ਉਹ ਇਹ ਤੋਂ ਵੱਖ ਹੋ ਜਾਂਦਾ। ਜਦੋਂ ਹੁਣ ਇਹ ਤੋਂ ਆਪਾਂ ਵੱਖ ਹੁੰਦੇ ਹਾਂ, ਇੱਥੋਂ ਇੱਕ ਸੂਈ ਤੱਕ ਵੀ ਅਸੀਂ ਨਾਲ ਨਹੀਂ ਲਿਜਾ ਸਕਦੇ। ਅਤੇ ਜੇ ਆਪਾਂ ਹੁਣ ਰੋਜ਼ ਦੀ ਰੋਜ਼ ਇੱਥੋਂ ਕੁਝ ਨਾਲ ਨਹੀਂ ਲਿਜਾ ਸਕਦੇ, ਅਤੇ ਜਿਹੜਾ ਸਾਰੀ ਉਮਰ ਦਾ ਇਕੱਠਾ ਕੀਤਾ ਹੋਇਆ ਜੀਵ ਨੇ ਅੰਤ ਸਮੇਂ ਇੱਥੋਂ ਕੀ ਲੈ ਜਾਣਾ? ਸਾਰਾ ਇੱਥੇ ਦਾ ਇੱਥੇ ਹੀ ਰਹਿ ਜਾਣਾ। ਹੁਣ ਜਿਹੜਾ ਧਨ ਅਸੀਂ ਨਾਲ ਲਿਜਾ ਸਕਦੇ ਹਾਂ, ਉਹ ਹੈ ਨਾਮ ਧਨ। ਨਾਮ ਨੇ ਹੀ ਸਾਡੀ ਅੱਗੇ ਸਾਰ ਲੈਣੀ ਹੈ। ਨਾਮ ਤੋਂ ਬਿਨਾਂ ਬਾਕੀ ਸਾਰਾ ਕੁਛ ਬਿਖ ਜ਼ਹਿਰ ਹੈ, ਇਹ ਇੱਥੇ ਦਾ ਇੱਥੇ ਹੀ ਰਹਿ ਜਾਂਦਾ। ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣ, ਨਾਨਕ ਸੰਸਾਰ। ਕਿ ਜਿਹਨੇ ਸਾਡੀ ਸਾਰ ਲੈਣੀ, ਜਿਹਨੇ ਸਾਡੀ ਮਦਦ ਕਰਨੀ, ਉਹ ਹੈ ਨਾਮ। ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ, ਇਸ ਲੋਕ ਵਿੱਚ ਵੀ, ਅਤੇ ਜਦੋਂ ਅਸੀਂ ਦੇਹ ਛੱਡਾਂਗੇ, ਉਹ ਨਾਮ ਨੇ ਉੱਥੇ ਵੀ ਸਾਡਾ ਸਾਥ ਦੇਣਾ, ਔਖੀ ਘੜੀ ਵਿੱਚ, ਮੁਸੀਬਤ ਦੇ ਵਿੱਚ। ਤਾਂ ਕਰਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਧਨ ਇਕੱਠਾ ਕਰੋ ਨਾਲ ਨਾਲ, ਵੀ ਜਿਹੜਾ ਸਾਡੇ ਮਨ ਵਾਸਤੇ। ਇੱਕ ਧਨ ਹੈ ਤਨ ਵਾਸਤੇ, ਜਿਵੇਂ ਆਪਾਂ ਜ਼ਰੂਰੀ ਸਮਝਦੇ ਹਾਂ ਤਨ ਵਾਸਤੇ, ਬਈ ਜੇ ਸਾਡੇ ਕੋਲ ਹੋਏਗਾ ਅਤੇ ਸਾਡੀ ਇੱਜ਼ਤ ਪੱਤ ਹੈ। ਜੇ ਸਾਡੇ ਕੋਲ ਨਹੀਂ, ਕਿਸੇ ਅੱਗੇ ਸਾਨੂੰ ਹੱਥ ਅੱਡਣਾ ਪੈਂਦਾ, ਅਤੇ ਜੀਵ ਸ਼ਰਮ ਮਹਿਸੂਸ ਕਰਦਾ, ਬੇਇੱਜ਼ਤੀ ਮਹਿਸੂਸ ਕਰਦਾ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਜੇ ਸਾਡੇ ਪੱਲੇ ਨਾਮ ਨਹੀਂ ਹੋਏਗਾ, ਅਤੇ ਸਾਡੇ ਮਨ ਨੂੰ ਬੇਇੱਜ਼ਤ ਕੀਤਾ ਜਾਏਗਾ। ਉਹਦੀ ਕੋਈ ਇੱਜ਼ਤ ਨਹੀਂ ਰਹਿਣੀ, ਉਹਦੀ ਕੋਈ ਪੱਤ ਨਹੀਂ ਰਹਿਣੀ, ਉਹਨੂੰ ਬੇਪੱਤ ਕਰ ਦੇਣਗੇ। ਤਾਂ ਕਰਕੇ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਸਾਡੇ ਕੋਲ ਦੋਵੇਂ ਧਨ ਹੋਣੇ ਜ਼ਰੂਰੀ। ਸੰਸਾਰੀ ਧਨ ਇਹ ਤਨ ਵਾਸਤੇ, ਤਾਂ ਕਿ ਸਾਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਸਾਨੂੰ ਕਿਸੇ ਤੋਂ ਮੰਗਣਾ ਨਾ ਪਵੇ, ਅਤੇ ਉਹਦੇ ਵਾਸਤੇ ਤਾਂ ਆਪਾਂ ਕਰਮ ਕਰਦੇ ਹੀ ਹਾਂ ਸੰਸਾਰ ਦਾ। ਅਤੇ ਮਨ ਵਾਸਤੇ ਜਿਹੜਾ ਉਹ ਹੈ ਨਾਮ ਧਨ। ਫਿਰ ਮਹਾਰਾਜ ਕਹਿੰਦੇ ਵੀ ਉਹ ਧਨ ਨੂੰ ਤੁਸੀਂ ਆਪਦਾ ਮਿੱਤਰ ਨਾ ਸਮਝਿਓ, ਵੀ ਜਿਹੜਾ ਅਸੀਂ ਇਕੱਠਾ ਤਾਂ ਕੀਤਾ ਹੋਇਆ ਸਾਡੇ ਕੋਲ ਬਥੇਰਾ ਹੋਵੇ, ਪਰ ਫਿਰ ਵੀ ਜਦੋਂ ਔਖੀ ਘੜੀ ਆਵੇ ਅਤੇ ਜਮਾਂ ਦੀ ਸਾਨੂੰ ਮਾਰ ਸਹਿਣੀ ਪਵੇ, ਜਮ ਸਾਡੇ ਸਿਰ 'ਚ ਡੰਡੇ ਮਾਰਨ। ਕਿਉਂਕਿ ਜੇ ਨਾਮ ਧਨ ਨਹੀਂ ਹੋਏਗਾ, ਫਿਰ ਤਾਂ ਜਮਾਂ ਨੇ ਕੁੱਟਣਾ ਹੀ ਕੁੱਟਣਾ। ਇਸ ਵਾਸਤੇ ਮਹਾਰਾਜ ਫਰਮਾਉਂਦੇ, ਸੋ ਧਨ ਮਿੱਤਰ ਨਾ ਕੱਢੀਏ, ਜਿਤ ਸਿਰ ਚੋਟਾਂ ਖਾਈ। ਵੀ ਉਹ ਤੁਹਾਨੂੰ ਆਪਦਾ ਮਿੱਤਰ ਨਾ ਸਮਝਿਓ, ਜਿਹੜਾ ਹੁੰਦੇ ਸੁਣਦੇ ਵੀ ਸਾਡੇ ਕੋਲ, ਸਾਡੇ ਸਿਰ ਦੇ ਵਿੱਚ ਸਾਨੂੰ ਚੋਟਾਂ ਸਹਿਣੀਆਂ ਪੈਣ। ਤਾਂ ਕਰਕੇ ਫਿਰ ਸਾਨੂੰ ਕਹਿੰਦੇ ਵੀ ਮਨ ਵਾਸਤੇ ਜਿਹੜਾ ਹੈ ਉਹ ਹੈ ਨਾਮ ਧਨ। ਅਤੇ ਇਸ ਲਈ ਮਨ ਵਾਸਤੇ ਫਿਰ ਅਸੀਂ ਇਹ ਨਾਮ ਧਨ ਇਕੱਠਾ ਕਰਨਾ, ਨਾਲ ਨਾਲ ਇਹ ਕਮਾਈ ਕਰਨੀ। ਅਤੇ ਉਹਦੇ ਵਾਸਤੇ ਫਿਰ ਸਾਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ, ਅਤੇ ਗਿਆਨ ਲੈਣ ਵਾਸਤੇ ਸਤਸੰਗਤ ਜ਼ਰੂਰੀ ਹੈ। ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ,
ਉਹਨਾਂ ਸਮਾਂ ਸਾਨੂੰ ਇਹ ਨਾਮ ਦਾ ਹੀ ਭੇਤ ਨਹੀਂ ਆਉਂਦਾ ਵੀ ਨਾਮ ਹੈ ਕੀ ਹੈ ਜਿਹੜਾ ਅਸੀਂ ਖੱਟਣਾ। ਬੇਸ਼ੱਕ ਅਸੀਂ ਜਾਣੇ ਅਣਜਾਣੇ ਵਿੱਚ ਸੁਣ ਸੁਣਾ ਕੇ ਮੰਗ ਤਾਂ ਜ਼ਰੂਰ ਕਰਦੇ ਹਾਂ ਕਈ ਵਾਰੀ ਵੀ ਸਾਨੂੰ ਨਾਮ ਦੇਵੋ। ਜੀਵ ਜਾਂਦੇ ਸੰਤਾਂ ਸਾਧੂਆਂ ਪਾਸ ਜਾਂਦੇ, ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਨਾਮ ਦੇਵੋ। ਅਤੇ ਆਪਾਂ ਜਦੋਂ ਗੁਰੂ ਘਰ ਆਉਂਦੇ ਹਾਂ, ਇੱਥੇ ਸਤਿਗੁਰਾਂ ਦੇ ਸਨਮੁਖ ਹੋ ਕੇ ਇੱਥੇ ਬੇਨਤੀ ਕਰਦੇ ਵੀ ਸਾਨੂੰ ਨਾਮ ਦੇਵੋ। ਅਤੇ ਰੋਜ਼ ਜਦੋਂ ਗੁਰਮੁਖ ਅਰਦਾਸ ਕਰਦੇ, ਅਰਦਾਸ 'ਚ ਵੀ ਇਹੋ ਮੰਗੀ ਜਾਂਦੀ, ਸਿੱਖਾਂ ਨੂੰ ਦਾਨਾ ਸਿਰ ਦਾਨ ਨਾਮ ਦਾਨ। ਹੁਣ ਇਹ ਜਿਹੜਾ ਅਸੀਂ ਨਾਮ ਦਾ ਦਾਨ ਮੰਗਦੇ ਹਾਂ, ਮਹਾਰਾਜ ਕਹਿੰਦੇ ਵੀ ਪਹਿਲਾਂ ਤੁਹਾਨੂੰ ਗਿਆਨ ਤਾਂ ਹੋਣਾ ਚਾਹੀਦਾ ਵੀ ਨਾਮ ਹੈ ਕੀ ਹੈ ਜਿਹੜਾ ਤੁਸੀਂ ਮੰਗਦੇ ਹੋ। ਹੁਣ ਇਹ ਫਿਰ ਸਾਨੂੰ ਪਹਿਲਾਂ ਗਿਆਨ ਦਿੰਦੇ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ ਵੀ ਜੋ ਨਾਮ ਦੀ ਮੰਗ ਅਸੀਂ ਮੰਗਦੇ ਹਾਂ, ਇਹ ਨਾਮ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਦਾ। ਨਾਮ ਸਾਡੇ ਸਾਰਿਆਂ ਦੇ ਅੰਦਰ ਹੈ, ਸਾਡੀ ਇਸ ਦੇਹ ਦੇ ਵਿੱਚ। ਸਤਿਗੁਰੂ ਫਰਮਾਉਂਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਵੀ ਸਾਡੀ ਦੇਹ ਦੇ ਵਿੱਚ। ਹੁਣ ਜਿਹੜਾ ਨਾਮ ਹੈ ਉਹ ਕਿਸੇ ਲਿਖਤ ਪੜ੍ਹਤ ਦੇ ਵਿੱਚ ਨਹੀਂ ਆਉਂਦਾ, ਨਾ ਉਹ ਬੋਲਣ 'ਚ ਆਉਂਦਾ ਹੈ, ਨਾ ਉਹ ਲਿਖਿਆ ਜਾਂਦਾ, ਉਹ ਸਿਰਫ ਸਾਨੂੰ ਸੁਣਾਈ ਦਿੰਦਾ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਮੁਖ ਦੀ ਆਵਾਜ਼ ਹੈ, ਜਿਹਨੂੰ ਅਨਹਦ ਸ਼ਬਦ ਆਖੀਏ, ਜਿਹਨੂੰ ਸ਼ਬਦ ਗੁਰੂ ਆਖੀਏ, ਸਹਿਜ ਧੁਨ ਆਖੀਏ, ਨਾਮ ਆਖੀਏ, ਤੂਰ ਆਖੀਏ, ਨਾਦ ਆਖੀਏ। ਇਹ ਪਰਮਾਤਮਾ ਦੇ ਮੁਖ ਦੇ ਵਿੱਚੋਂ ਜੋ ਆਵਾਜ਼ ਪ੍ਰਗਟ ਹੋ ਰਹੀ, ਜਿਹ ਤੋਂ ਇਹ ਸਾਰਾ ਪਸਾਰਾ ਹੋਇਆ, ਜਿਹ ਤੋਂ ਸਾਰਾ ਇਹ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਰਚੀ ਗਈ। ਜਿਸ ਵਰਥਾਏ ਮਾਰੇ ਫਰਮਾਉਂਦੇ ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਬਈ ਜਦੋਂ ਮਾਲਕ ਕੋਏ, ਮਤਲਬ ਮਾਲਕ ਜਦੋਂ ਬੋਲੇ, ਉਹਨਾਂ ਦੀ ਜਿਹੜੀ ਆਵਾਜ਼, ਇਹ ਆਵਾਜ਼ ਤੋਂ ਸਾਰਾ ਪਸਾਰਾ ਹੋਇਆ, ਨਾਮ ਤੋਂ। ਹੁਣ ਉਹ ਜਿਹੜਾ ਨਾਮ ਹੈ ਉਹ ਕਿਸੇ ਲਿਖਤ ਪੜ੍ਹਤ ਦੇ ਵਿੱਚ ਨਹੀਂ ਆਉਂਦਾ, ਬੋਲਣ 'ਚ ਨਹੀਂ ਆਉਂਦਾ, ਉਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ ਹਾਂ। ਹੁਣ ਕਈ ਜੀਵ ਕਹਿਣਗੇ ਵੀ ਇਹ ਕਿੱਦਾਂ ਦਾ ਨਾਮ ਹੋਇਆ ਵੀ ਜਿਹੜਾ ਨਾ ਬੋਲਿਆ ਜਾਵੇ, ਨਾ ਕਿਸੇ ਲਿਖਤ ਪੜ੍ਹਤ ਵਿੱਚ ਆਵੇ, ਨਾ ਲਿਖਿਆ ਜਾਵੇ। ਗੁਰੂ ਨਾਨਕ ਪਾਤਸ਼ਾਹ ਸਾਨੂੰ ਰੋਜ਼ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਐਸਾ ਕੋਈ ਕਾਗਜ਼ ਜਾਂ ਐਸੀ ਕੋਈ ਕਲਮ ਨਹੀਂ ਹੈ ਜਿਹਦੇ ਦੁਆਰਾ ਨਾਮ ਲਿਖਿਆ ਜਾ ਸਕੇ, ਕਿਉਂਕਿ ਨਾਮ ਲਿਖਿਆ ਹੀ ਨਹੀਂ ਜਾਂਦਾ। ਮਾਰੇ ਫਰਮਾਉਂਦੇ ਕਾਗਦ ਕਲਮ ਨ ਲਿਖਣ ਹਾਰ, ਮਨੇ ਗਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਇਹ ਜਿਹੜਾ ਨਾਮ ਹੈ ਇਹ ਸਿਰਫ ਸਾਨੂੰ ਸੁਣਾਈ ਦਿੰਦਾ, ਅਤੇ ਸੁਣੇਗਾ ਵੀ ਉਦੋਂ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਾਂਗੇ, ਸਹਿਜ ਵਿੱਚ ਜਾਵਾਂਗੇ। ਜਿਸ ਵਰਤਾਏ ਮਾਰੇ ਸਾਨੂੰ ਸਮਝਾਉਂਦੇ, ਸੁਣਿਆ ਲਾਗੇ ਸਹਿਜ ਧਿਆਨ, ਵੀ ਸਹਿਜ ਦੇ ਵਿੱਚ ਧਿਆਨ ਦੇ ਨਾਲ ਤੁਸੀਂ ਸੁਣ ਸਕਦੇ ਹੋ। ਹੁਣ ਇੱਧਰ ਵਿਚਾਰਾਂ ਦੇ ਵਿੱਚ ਸਹਿਜ ਨਹੀਂ, ਤ੍ਰੈ ਗੁਣਾਂ ਦੇ ਵਿੱਚ ਸਹਿਜ ਨਹੀਂ ਹੈ। ਮਾਰੇ ਫਰਮਾਉਂਦੇ ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸੈਂਸਾ ਨਾ ਜਾਈ। ਇੱਧਰ ਹੁਣ ਸਾਡਾ ਮਨ ਜਦੋਂ ਤ੍ਰੈ ਗੁਣਾਂ 'ਚ ਹੁੰਦਾ, ਵਿਚਾਰਾਂ 'ਚ, ਇਹ ਵਿਚਾਰਾਂ 'ਚ ਸਹਿਜ ਨਹੀਂ ਹੈ, ਤਾਂ ਕਰਕੇ ਸਾਨੂੰ ਨਾਮ ਸੁਣਦਾ ਨਹੀਂ। ਹੁਣ ਸਹਿਜ ਦੇ ਵਿੱਚ ਫਿਰ ਸਾਡਾ ਮਨ ਕਿਵੇਂ ਆਵੇ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਅਭਿਆਸ ਦੱਸਦੇ ਵੀ ਹੁਣ ਇਹ ਸਿਮਰਨ ਕਰਕੇ ਤੁਸੀਂ ਮਨ ਨੂੰ ਸਹਿਜ ਵਿੱਚ ਲੈ ਕੇ ਆਓ, ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰੋ। ਵਿਚਾਰਾਂ ਨੂੰ ਕਰਮ ਕਹਿੰਦੇ, ਇਹ ਕਰਮ ਦੇ ਵਿੱਚ ਸਹਿਜ ਨਹੀਂ। ਹੁਣ ਵਿਚਾਰਾਂ ਤੋਂ ਰਹਿਤ ਕਰਨ ਵਾਸਤੇ ਮਨ ਨੂੰ ਫਿਰ ਇਹ ਆਪਾਂ ਨੂੰ ਸਿਮਰਨ ਦੱਸਿਆ ਵੀ ਤੁਸੀਂ ਸਿਮਰਨ ਕਰੋ। ਅਤੇ ਉਹ ਫਿਰ ਆਪਾਂ ਪੁੱਛਦੇ ਹਾਂ ਵੀ ਕਿਵੇਂ ਕਰੀਏ, ਕਿਹੜੀ ਵਿਧੀ, ਕਿਹੜੀ ਜੁਗਤੀ ਦੁਆਰਾ ਕਰੀਏ ਤਾਂ ਕਿ ਸਾਡਾ ਮਨ ਸਹਿਜ ਵਿੱਚ ਆ ਜੀ,
ਤੇ ਸਾਨੂੰ ਨਾਮ ਦੀ ਪ੍ਰਾਪਤੀ ਹੋ ਜੇ, ਉਹ ਨਾਮ ਸਾਨੂੰ ਸੁਣਨ ਲੱਗ ਜੇ। ਉਹਦੇ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਸ ਗਿਰਾਸ ਸਿਮਰਨ ਕਰੋ। ਉਹ ਗੁਰਸਿੱਖ ਗੁਰੂ ਨੂੰ ਭਾਉਂਦਾ ਹੈ ਜੋ ਸਾਸ ਗਿਰਾਸ ਸਿਮਰਨ ਕਰਤ। ਮਾਰੇ ਫਰਮਾਉਂਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਹੁਣ ਆਪਾਂ ਚਾਹੁੰਦੇ ਸਾਰੇ ਹੀ ਆ ਵੀ ਅਸੀਂ ਗੁਰੂ ਨੂੰ ਚੰਗੇ ਲੱਗੀਏ। ਉਹਦੇ ਵਾਸਤੇ ਜੀਵ ਸੇਵਾ ਕਰਦੇ, ਗੁਰੂ ਘਰ ਆਉਂਦੇ, ਗੁਰਬਾਣੀ ਪੜ੍ਹਦੇ, ਹੋਰ ਪੁੰਨ ਦਾਨ ਕਰਦੇ ਵੀ ਤਾਂ ਕਿ ਅਸੀਂ ਗੁਰੂ ਨੂੰ ਚੰਗੇ ਲੱਗੀਏ। ਅਤੇ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਿਆ ਵੀ ਕਿਹੜਾ ਗੁਰਸਿੱਖ ਗੁਰੂ ਨੂੰ ਭਾਉਂਦਾ। ਸਤਿਗੁਰੂ ਕਹਿੰਦੇ ਜਿਹੜਾ ਸਾਸ ਗਿਰਾਸ ਸਿਮਰਨ ਕਰਦਾ ਉਹ ਗੁਰੂ ਨੂੰ ਚੰਗਾ ਲੱਗਦਾ। ਹੁਣ ਇਹ ਸਾਸ ਗਿਰਾਸ ਫਿਰ ਇਹ ਆਪਾਂ ਨੂੰ ਵਿਧੀ ਦੱਸੀ, ਤਰੀਕਾ ਹੈ ਵੀ ਇਹ ਜੋ ਸਾਡੀ ਸਵਾਸਾਂ ਦੀ ਕਿਰਿਆ ਚੱਲ ਰਹੀ, ਮਾਲਕ ਸਾਡੇ ਸਾਹਮਣੇ ਇੱਕ ਸਵਾਸ ਸਾਡੇ ਮੁੱਖ 'ਚ ਪਾ ਰਹੇ ਨੇ। ਜਿਵੇਂ ਬੱਚਾ ਛੋਟਾ ਹੁੰਦਾ ਹੈ, ਆਪਣੇ ਆਪ ਪ੍ਰਸ਼ਾਦਾ ਭੋਜਨ ਛਕ ਨਹੀਂ ਸਕਦਾ, ਮਾਤਾ ਪਿਤਾ ਉਹਦੇ ਮੁੱਖ ਦੇ ਵਿੱਚ ਗਰਾਈਆਂ ਪਾਉਂਦੇ, ਬੁਰਕੀਆਂ ਪਾਉਂਦੇ। ਇਸੇ ਤਰ੍ਹਾਂ ਹੀ ਆਪਾਂ ਸਾਰੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਬੱਚੇ, ਇਹ ਜਿਹੜੇ ਆਪਾਂ ਨੂੰ ਸਵਾਸ ਵੀ ਆਉਂਦੇ, ਇਹ ਸਵਾਸ ਵੀ ਆਪਾਂ ਖੁਦ ਨਹੀਂ ਲੈ ਸਕਦੇ। ਉਹ ਇੱਕ ਇੱਕ ਸਵਾਸ ਸਾਡੇ ਮੁੱਖ ਦੇ ਵਿੱਚ ਪਾ ਰਹੇ। ਜਦੋਂ ਸਾਹਮਣੇ ਉਹ ਸਵਾਸ ਮੁੱਖ 'ਚ ਪਾਉਂਦੇ, ਗਰਾਹੀ ਆਪਾਂ ਅੰਦਰ ਲੈ ਕੇ ਜਾਂਦੇ। ਜਿਵੇਂ ਬੱਚਾ ਆਪਾਂ ਉਹਦੇ ਮੁੱਖ 'ਚ ਪਾਉਂਦੇ ਹਾਂ, ਉਹ ਗਰਾਹੀ ਨੂੰ ਚਿੱਥਦਾ, ਫਿਰ ਉਹ ਚਿੱਥ ਕੇ ਅੰਦਰ ਲੈ ਕੇ ਜਾਂਦਾ ਅਤੇ ਫਿਰ ਆਪਾਂ ਦੂਜੀ ਗਰਾਹੀ ਪਾਉਂਦੇ ਹਾਂ ਉਹਦੇ ਮੁੱਖ ਦੇ ਵਿੱਚ। ਹੁਣ ਇਸੇ ਤਰ੍ਹਾਂ ਹੀ ਇਹ ਜਦੋਂ ਸਾਡੇ ਮੁੱਖ 'ਚ ਸਵਾਸਾਂ ਦੀ ਗਰਾਹੀ ਪਾਉਂਦੇ, ਫਿਰ ਇਹ ਸਵਾਸ ਅੰਦਰ ਜਾਂਦਾ, ਫਿਰ ਅੰਦਰੋਂ ਸਵਾਸ ਬਾਹਰ ਆਉਂਦਾ, ਫਿਰ ਦੂਸਰਾ ਸਵਾਸ ਪਾਉਂਦੇ। ਹੁਣ ਇਹ ਸਵਾਸ ਵੀ ਅਸੀਂ ਖੁਦ ਨਹੀਂ ਲੈ ਸਕਦੇ। ਜੇ ਅਸੀਂ ਆਪਦੇ ਆਪ ਲੈਂਦੇ ਹੋਈਏ ਫਿਰ ਤਾਂ ਸੰਸਾਰ 'ਚੋਂ ਕੋਈ ਜਾਵੇ ਹੀ ਨਾ, ਆਪਦੀ ਮਰਜ਼ੀ ਨਾਲ ਆਪਾਂ ਲਈ ਚੱਲੀਏ। ਇਹ ਸਵਾਸ ਵੀ ਆਪਾਂ ਖੁਦ ਨਹੀਂ ਲੈ ਸਕਦੇ, ਉਹ ਸਾਡੇ ਮੁੱਖ 'ਚ ਪਾਉਂਦਾ। ਮਾਰੇ ਫਰਮਾਉਂਦੇ ਆਪੇ ਕਰਤਾ, ਕਰ ਕਰ ਵੇਖੇ ਦਿੰਦਾ ਸਾਸ ਗਿਰਾਹਾ ਹੈ। ਵੀ ਉਹ ਕਰਤਾ ਪੁਰਖ ਸਾਡੇ ਮੁੱਖ 'ਚ ਜਦੋਂ ਇਹ ਸਵਾਸਾਂ ਦੀ ਗਰਾਹੀ ਪਾਉਂਦੇ, ਸਵਾਸ ਅੰਦਰ ਗਿਆ, ਫਿਰ ਅੰਦਰੋਂ ਸਵਾਸ ਬਾਹਰ ਆਇਆ, ਇਹਨੂੰ ਸਾਸ ਗਿਰਾਸ ਕਹਿੰਦੇ। ਇਹਨਾਂ ਸਵਾਸਾਂ 'ਚ ਮਿਲ ਕੇ ਆਪਾਂ ਸਿਮਰਨ ਕਰਦੇ ਹਾਂ। ਵੀ ਜਦੋਂ ਸਾਡਾ ਸਵਾਸ ਅੰਦਰ ਨੂੰ ਜਾਂਦਾ ਆਪਾਂ ਵਾਹੀ ਕਹਿੰਦੇ, ਬਾਹਰ ਨੂੰ ਸਵਾਸ ਆਉਂਦਾ ਆਪਾਂ ਗੁਰੂ ਬੋਲਦੇ ਆ, ਇਹਨੂੰ ਕਹਿੰਦੇ ਸਾਸ ਗਿਰਾਸ। ਅਤੇ ਆਪਾਂ ਪੁੱਛਦੇ ਵੀ ਧਿਆਨ ਕਿੱਥੇ ਰੱਖੀਏ? ਕਹਿੰਦੇ ਧਿਆਨ ਰੱਖੋ ਆਪਣੀ ਆਵਾਜ਼ ਦੇ ਵਿੱਚ। ਤੁਸੀਂ ਮੁੱਖ ਦੁਆਰਾ ਬੋਲੋ ਅਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਆਪ ਸੁਣੋ ਧਿਆਨ ਦੇ ਨਾਲ। ਇਹਦੇ ਨਾਲ ਕੀ ਹੋਏਗਾ? ਜਿਹੜਾ ਹੁਣ ਅਸੀਂ ਕਹਿੰਦੇ ਵੀ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਵਿਚਾਰਾਂ 'ਚ ਭੱਜਾ ਫਿਰਦਾ, ਗੁਰਬਾਣੀ ਪੜ੍ਹਦੇ ਸਾਡਾ ਮਨ ਨਹੀਂ ਟਿਕਦਾ, ਇਹ ਮਨ ਨੂੰ ਟਿਕਾਉਣ ਦੀ ਜੁਗਤੀ ਤਰੀਕਾ ਸਾਨੂੰ ਗੁਰੂ ਅਰਜਨ ਪਾਤਸ਼ਾਹ ਦੱਸ ਰਹੇ ਨੇ। ਬਈ ਜਿਹੜਾ ਗੁਰਮੁਖੀ ਰਸਨਾ ਦੁਆਰਾ ਬੋਲਦਾ ਅਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਦਾ, ਉਹਦਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ, ਉਹ ਮੁਕਤ ਹੋ ਜਾਂਦਾ। ਇਹ ਸਾਨੂੰ ਵਿਧੀ ਤਰੀਕਾ ਦੱਸਦੇ ਹੋਏ ਸਤਿਗੁਰੂ ਫਰਮਾਉਂਦੇ, ਰਸਨਾ ਉਚਰੈ ਹਰ ਸਰਬਣੀ ਸੁਣੇ ਸੋ ਧਰੇ ਮਿਤਾ। ਬਈ ਜਿਹਨੇ ਵਿਧੀ ਤਰੀਕਾ ਅਪਣਾ ਲਿਆ, ਰਸਨਾ ਦੁਆਰਾ ਬੋਲਿਆ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਿਆ, ਉਹਦਾ ਆਧਾਰ ਹੋ ਜਾਣਾ, ਉਹਦੇ ਮਨ ਨੇ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਣਾ। ਹੁਣ ਜਦੋਂ ਆਪਾਂ ਇਹ ਤਰੀਕਾ ਅਪਣਾਉਂਦੇ, ਸਿਮਰਨ ਕਰਦੇ, ਸਿਮਰਨ ਕਰਦੇ ਕਰਦੇ ਅਸੀਂ ਅੰਤਰਮੁਖੀ ਹੋ ਜਾਂਦੇ ਹਾਂ। ਜਦੋਂ ਅੰਤਰਮੁਖੀ ਹੋਵਾਂਗੇ, ਮਾਲਕ ਸਾਡੇ ਅੰਦਰ ਬੋਲ ਹੀ ਰਿਹਾ ਸਭ ਦੇ। ਜਦ ਤੱਕ ਆਪਣੇ ਸਵਾਸ ਚੱਲ ਰਹੇ, ਸਾਡੇ ਅੰਦਰ ਮਾਲਕ ਲਗਾਤਾਰ ਬੋਲੀ ਜਾਂਦਾ, ਉਹ ਕਦੇ ਚੁੱਪ ਹੁੰਦਾ ਹੀ ਨਹੀਂ, ਉਹ ਸਦਾ ਹੀ ਬੋਲਦਾ ਹੈ। ਸਤਿਗੁਰੂ ਫਰਮਾਉਂਦੇ, ਠਾਕਰ ਹਮਰਾ ਸਦ ਬੁਲੰਤਾ।
ਸਰਬ ਜੀਆਂ ਕੋ ਦਾਨ ਪ੍ਰਭ ਦਿੱਤਾ, ਵੀ ਜੋ ਸਾਡਾ ਠਾਕੁਰ ਉਹ ਸਦਾ ਹੀ ਬੋਲਦਾ ਅਤੇ ਸਾਰੇ ਜੀਵਾਂ ਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਇਹ ਅੰਦਰ ਬੈਠਾ ਸਭ ਦੇ ਬੋਲ ਰਿਹਾ। ਤਾਈਓ ਮਾਰੇ ਕਹਿੰਦੇ ਸਭੇ ਘਟ ਰਾਮ ਬੋਲੇ, ਵੀ ਜਿੰਨੇ ਵੀ ਘਟ ਸਰੀਰ ਨੇ ਸਭ ਦੇ ਅੰਦਰ ਰਾਮ ਵਾਹਿਗੁਰੂ ਬੋਲ ਰਿਹਾ। ਹੁਣ ਉਹ ਸਾਨੂੰ ਸੁਣਦਾ ਕਿਉਂ ਨਹੀਂ? ਵਾਹਿਗੁਰੂ ਕਿਵੇਂ ਬੋਲਦਾ ਹੈ? ਉਹਦੀ ਜਿਹੜੀ ਆਵਾਜ਼ ਹੈ ਉਹ ਫਿਰ ਅਨਹਦ ਹੈ। ਅਨਹਦ ਸ਼ਬਦ ਦੁਆਰਾ ਸਾਡੇ ਸਭ ਦੇ ਅੰਦਰ ਬੋਲਦਾ ਹੈ। ਹੁਣ ਉਹਨੂੰ ਸੁਣਨ ਵਾਸਤੇ ਸਾਨੂੰ ਅੰਤਰਮੁਖੀ ਹੋਣਾ ਪੈਣਾ। ਹੁਣ ਅਸੀਂ ਬਾਹਰ ਮੁਖੀ ਹਾਂ, ਅਸੀਂ ਬਾਹਰ ਭੱਜੇ ਫਿਰਦੇ ਹਾਂ। ਸਾਡਾ ਮਨ ਵਿਚਾਰਾਂ 'ਚ ਫੁਰਨਿਆਂ ਦੇ ਵਿੱਚ ਇਹ ਅੰਦਰ ਨਹੀਂ ਆਉਂਦਾ, ਅੰਤਰਮੁਖੀ ਨਹੀਂ ਹੁੰਦਾ। ਜਦੋਂ ਅਸੀਂ ਬਾਹਰ ਭੱਜਦੇ ਹਾਂ, ਬਾਹਰੋਂ ਅਸੀਂ ਸੁੱਖਾਂ ਦੀ ਆਸ ਰੱਖਦੇ ਹਾਂ, ਸੁੱਖ ਲੱਭਦੇ ਹਾਂ, ਅਤੇ ਫਿਰ ਸਾਡੇ ਮਨ ਨੂੰ ਕਹਿੰਦੇ ਵੀ ਬਾਹਰ ਭਰਮ ਹੈ। ਜੇ ਤੂੰ ਬਾਹਰੋਂ ਲੱਭਦਾ ਹੈ, ਤੂੰ ਭਰਮ ਦੇ ਵਿੱਚ ਹੈ, ਸਾਰਾ ਕੁਛ ਤੇਰੇ ਘਰ ਦੇ ਅੰਦਰ ਹੀ ਹੈ, ਤੂੰ ਅੰਤਰਮੁਖੀ ਹੋ। ਮਾਰੇ ਫਰਮਾਉਂਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਕਿ ਜੇ ਅਸੀਂ ਬਾਹਰੋਂ ਟੋਲਾਂਗੇ, ਬਾਹਰੋਂ ਲੱਭਾਂਗੇ, ਬਾਹਰ ਭਰਮ ਹੈ, ਅਤੇ ਅਸੀਂ ਆਪਦੇ ਅੰਦਰੋਂ ਲੱਭਣਾ ਹੈ, ਅੰਦਰ ਦੀ ਖੋਜ ਕਰਨੀ। ਹੁਣ ਜਿਹੜੇ ਗੁਰਮੁਖ ਉਹ ਫਿਰ ਬਾਹਰੀ ਭਰਮ 'ਚ ਨਹੀਂ ਪੈਂਦੇ, ਉਹ ਫਿਰ ਇਸ ਅੰਦਰ ਦੀ ਕਾਇਆ ਦੀ ਖੋਜ ਕਰਦੇ। ਮਾਰੇ ਫਰਮਾਉਂਦੇ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਾ ਭਰਮ ਭੁਲਾਈ। ਹੁਣ ਇਹ ਕਾਇਆ ਦੀ ਖੋਜ ਕਿਵੇਂ ਹੁੰਦੀ? ਫਿਰ ਅਸੀਂ ਇਹ ਸਿਮਰਨ ਕਰਕੇ ਅੰਤਰਮੁਖੀ ਹੋਣਾ ਅਤੇ ਅੰਦਰ ਦੀ ਫਿਰ ਖੋਜ ਸਾਡੀ ਸ਼ੁਰੂ ਹੋਣੀ। ਜਿਹੜੇ ਫਿਰ ਇਹ ਖੋਜ ਕਰਦੇ ਗੁਰਮੁਖ, ਉਹਨਾਂ ਨੂੰ ਕਹਿੰਦੇ ਵੱਡੇ ਭਾਗਾਂ ਵਾਲੇ, ਵੀ ਉਹ ਵਡਭਾਗੀ ਨੇ। ਅਤੇ ਕਿਵੇਂ ਗੁਰਮੁਖ ਖੋਜ ਕਰਦੇ? ਫਿਰ ਉਹ ਸਿਮਰਨ ਕਰਕੇ। ਮਾਰੇ ਫਰਮਾਉਂਦੇ ਨੇ ਖੋਜ ਤੇ ਵਡਭਾਗੀ, ਰਾਮ ਰਾਮ ਬੋਲ ਬੋਲ। ਵੀ ਉਹ ਵੱਡੇ ਭਾਗਾਂ ਵਾਲੇ ਜਿਹੜੇ ਫਿਰ ਗੁਰਮੁਖ ਇਹ ਸਿਮਰਨ ਕਰਕੇ ਅੰਤਰਮੁਖੀ ਹੋ ਗਏ, ਜਿਹੜੇ ਉਹ ਨਾਮ ਖੋਜ ਕਰਦੇ ਨੇ, ਆਪਦੇ ਘਰ ਦੀ ਖੋਜ ਕਰਦੇ। ਆਹੋ ਹੁਣ ਸਾਡੀ ਇਹ ਖੋਜ ਕਿਵੇਂ ਸ਼ੁਰੂ ਹੋਣੀ? ਇਹ ਸਾਡੇ ਅੰਦਰ ਦੀ ਯਾਤਰਾ ਹੈ। ਜਿਵੇਂ ਇੱਕ ਤਾਂ ਹੈ ਬਾਹਰੀ ਯਾਤਰਾ, ਜੀਵ ਜਾਂਦੇ ਯਾਤਰਾ ਕਰਨ ਵਾਸਤੇ। ਉਹ ਯਾਤਰਾ ਕਰਕੇ ਅਸੀਂ ਜਦੋਂ ਆਉਂਦੇ, ਅਸੀਂ ਕਹਿੰਦੇ ਵੀ ਯਾਤਰਾ ਸਾਡੀ ਸਫਲ ਹੋ ਗਈ ਜੀ, ਅਸੀਂ ਜਾਏ। ਹੁਣ ਇਹ ਸਾਡੇ ਅੰਦਰ ਦੀ ਯਾਤਰਾ ਹੈ। ਅਸੀਂ ਅੰਦਰ ਮੁਖੀ ਹੋਣਾ, ਅਤੇ ਸਾਡੇ ਅੰਦਰ ਗੁਰਦੁਆਰਾ, ਜਿਹਨੂੰ 10ਵਾਂ ਦਵਾਰ ਕਹਿੰਦੇ, ਉਹ 10ਵੇਂ ਦਵਾਰ ਦੇ ਵਿੱਚ ਸ਼ਬਦ ਗੁਰੂ ਹੈ। ਉਹਦੇ ਵਿੱਚ ਹੀ ਪ੍ਰਕਾਸ਼ ਰੂਪ ਸਤਿਗੁਰੂ ਬੈਠੇ ਨੇ। ਜਦੋਂ ਇਹ ਸਾਡੀ ਅੰਦਰ ਦੀ ਯਾਤਰਾ ਸ਼ੁਰੂ ਹੋ ਗਈ, ਅਸੀਂ ਉੱਥੇ ਘਰ 'ਚ ਚਲੇ ਗਏ, ਅਤੇ ਸਮਝ ਲਓ ਸਾਡੀ ਯਾਤਰਾ ਸਫਲ ਹੋ ਗਈ। ਤਾਈਓ ਮਾਰੇ ਸਾਨੂੰ ਕਹਿੰਦੇ ਸਫਲ 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 ਭਈ ਯਾਤਰਾ। ਵੀ ਕਦੋਂ ਯਾਤਰਾ ਸਫਲ ਹੋਈ? ਜਦੋਂ ਅਸੀਂ ਆਪਦੇ ਘਰ ਚਲੇ ਗਏ ਅੰਦਰ ਗੁਰਦੁਆਰੇ 'ਚ। ਉਹ ਹੁਣ ਸਾਡੀ ਯਾਤਰਾ ਤਾਈਓ ਸਫਲ ਹੋਏਗੀ ਜੇ ਅਸੀਂ ਯਾਤਰਾ 'ਤੇ ਚੱਲਾਂਗੇ ਤਾਂ ਜੇ ਸਿਮਰਨ ਕਰਾਂਗੇ। ਜਿਨ੍ਹਾਂ ਨੇ ਸਿਮਰਨ ਕਰਨਾ ਹਜੇ ਸ਼ੁਰੂ ਹੀ ਨਹੀਂ ਕੀਤਾ, ਉਹ ਤਾਂ ਅੰਦਰ ਦੀ ਯਾਤਰਾ 'ਤੇ ਚੱਲੇ ਹੀ ਨਹੀਂ ਹਜੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਉਹ ਤਾਂ ਬਾਹਰ ਹੀ ਫਿਰਦੇ ਹਜੇ। ਤਾਂ ਕਰਕੇ ਫਿਰ ਇਹ ਜਿਹੜੀ ਬਾਹਰੀ ਵੀ ਅਸੀਂ ਯਾਤਰਾ ਕਰਨ ਜਾਂਦੇ ਹਾਂ, ਉੱਥੇ ਜਾਣ ਦਾ ਸਾਨੂੰ ਉਹੀ ਲਾਭ ਹੁੰਦਾ ਵੀ ਉੱਥੇ ਜਾ ਕੇ ਅਸੀਂ ਇਹ ਗਿਆਨ ਲੈਣਾ ਹੁੰਦਾ ਵੀ ਅਸੀਂ ਬਾਹਰੀ ਤਾਂ ਯਾਤਰਾ ਕਰੇ ਆਏ, ਵੀ ਹੁਣ ਸਾਡੇ ਅੰਦਰ ਦੀ ਯਾਤਰਾ ਕਿਵੇਂ ਸ਼ੁਰੂ ਹੋਵੇ। ਉੱਥੇ ਫਿਰ ਜਿਹੜੇ ਉਹ ਗੁਰਮੁਖ ਹੁੰਦੇ, ਉਹਨਾਂ ਨੇ ਸਾਨੂੰ ਇਹ ਅੰਦਰ ਦੀ ਯਾਤਰਾ ਦਾ ਗਿਆਨ ਦੇਣਾ ਹੁੰਦਾ। ਤਾਂ ਕਰਕੇ ਫਿਰ ਅਸੀਂ ਜਾਂਦੇ ਹਾਂ ਵੀ ਤਾਂ ਕਿ ਸਾਨੂੰ ਇਹ ਸੋਝੀ ਹੋਵੇ, ਸਾਨੂੰ ਇਹ ਭੇਤ ਆਵੇ। ਜੇ ਹੁਣ ਉੱਥੇ ਜਾ ਕੇ ਵੀ ਅਸੀਂ ਇਹ ਭੇਦ ਨਹੀਂ ਲੈਂਦੇ, ਫਿਰ ਤਾਂ ਸਾਡਾ ਜਾਣ ਦਾ ਕੋਈ ਲਾਹਾ ਹੀ ਨਹੀਂ ਹੁੰਦਾ, ਸਾਨੂੰ ਫਾਇਦਾ ਨਹੀਂ ਹੁੰਦਾ ਕੋਈ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਸਾਡੇ ਅੰਦਰ ਦੀ ਯਾਤਰਾ, ਅਤੇ ਇਹ ਯਾਤਰਾ ਸ਼ੁਰੂ ਹੋਣੀ, ਇਹ ਸਫ਼ਰ 'ਤੇ ਅਸੀਂ ਚੱਲਣਾ। ਜਦੋਂ ਅਸੀਂ ਸਿਮਰਨ ਕਰਾਂਗੇ ਅਤੇ ਅਸੀਂ ਅੰਤਰਮੁਖੀ ਹੋਵਾਂਗੇ। ਹੁਣ ਉਹ ਨਾਮ ਤੱਕ ਪਹੁੰਚਣ ਵਾਸਤੇ
ਗੁਰਦੁਆਰੇ ਵਿੱਚ ਜਾਣ ਵਾਸਤੇ, ਨਾਮ ਤੱਕ, ਸ਼ਬਦ ਗੁਰੂ ਤੱਕ ਪਹੁੰਚਣ ਵਾਸਤੇ ਇਹ ਆਪਾਂ ਨੂੰ ਸਤਿਗੁਰੂ ਸਿਮਰਨ ਅਭਿਆਸ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਸਿਮਰਨ ਕਰਦੇ, ਜਿਉਂ-ਜਿਉਂ ਆਪਾਂ ਇਹ ਸਿਮਰਨ ਅਭਿਆਸ ਕਰਾਂਗੇ, ਸਾਡਾ ਮਨ ਬਾਹਰੋਂ ਅੰਤਰਮੁਖੀ ਹੋਏਗਾ। ਜਿੰਨਾ ਅਸੀਂ ਅੰਤਰਮੁਖੀ ਹੁੰਦੇ ਜਾਵਾਂਗੇ, ਉਨਾ ਹੀ ਅਸੀਂ ਸੁਖੀ ਹੁੰਦੇ ਜਾਵਾਂਗੇ। ਇਸ ਵਾਸਤੇ ਫਿਰ ਸਾਡੇ ਮਨ ਨੂੰ ਸਮਝਾਉਂਦੇ ਬਈ ਤੂੰ ਬਾਹਰੋਂ ਨਾ ਸੁੱਖ ਲੱਭ, ਸੁੱਖਾਂ ਦੀ ਮਨੀ ਸਾਡੇ ਸਭ ਦੇ ਅੰਦਰ ਪਈ ਹੈ। ਪਰਮਾਤਮਾ ਦਾ ਜੋ ਨਾਮ ਹੈ, ਗੁਰੂ ਅਰਜਨ ਪਾਤਸ਼ਾਹ ਨੂੰ ਸੁੱਖਾਂ ਦੀ ਮਨੀ ਕਹਿੰਦੇ। ਜੋ ਆਪਾਂ ਨੂੰ ਸਤਿਗੁਰੂ ਫਰਮਾਉਂਦੇ, ਸੁੱਖ ਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ। ਬਈ ਭਗਤਾਂ ਦਾ ਜਿਹੜਾ ਮਨ ਉਹ ਵਿਸ਼ਰਾਮ ਕਰਦਾ, ਕਿਉਂਕਿ ਉਹ ਨਾਮ ਦੇ ਨਾਲ ਜੁੜ ਜਾਂਦੇ। ਤੇ ਜਿਹੜਾ ਜੀਵ ਨਾਮ ਦੇ ਨਾਲ ਜੁੜਿਆ ਨਹੀਂ, ਉਹਦਾ ਮਨ ਰੁਕਦਾ ਹੀ ਨਹੀਂ, ਉਹ ਵਿਚਾਰਾਂ 'ਚ ਫੁਰਨਿਆਂ 'ਚ ਭੱਜਿਆ ਹੀ ਫਿਰਦਾ ਹੈ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਅਸੀਂ ਸੁੱਖ ਬਾਹਰੋਂ ਲੱਭਦੇ ਹਾਂ ਅਤੇ ਸੁੱਖਾਂ ਦੀ ਮਣੀ ਸਾਡੇ ਅੰਦਰ ਪਈ ਹੈ, ਨਾਮ। ਜੇ ਅਸੀਂ ਨਾਮ ਦੇ ਨਾਲ ਜੁੜ ਗਏ, ਨਾਮ ਨੂੰ ਖਜ਼ਾਨਾ ਆਖੀ, ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਨਿਧਾਨ ਕਹਿੰਦੇ ਖਜ਼ਾਨੇ ਨੂੰ, ਅਤੇ ਗੁਰਮੁਖਾਂ ਨੇ ਉਹ ਖਜ਼ਾਨੇ ਦੀ ਪ੍ਰਾਪਤੀ ਕਰ ਲਈ। ਅਤੇ ਜਿਨ੍ਹਾਂ ਨੂੰ ਨਾਮ ਦੀ ਪ੍ਰਾਪਤੀ ਹੋ ਗਈ,
ਉਹਨਾਂ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਹ ਖਤਮ ਹੋ ਜਾਂਦੀ, ਉਹਨਾਂ ਦਾ ਮਨ ਜਿਹੜਾ ਉਹ ਰੱਜ ਜਾਂਦਾ ਹੈ। ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਿਆ, ਜੋ ਆਪਾਂ ਨੂੰ ਰੋਜ਼ ਗੁਰੂ ਅਮਰਦਾਸ ਜੀ ਰਮਾਉਂਦੇ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬਈ ਜਿਨ੍ਹਾਂ ਨੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ, ਉਹਨਾਂ ਦੀ ਭੁੱਖ ਸਭ ਖਤਮ ਹੋ ਗਈ, ਉਹਨਾਂ ਦਾ ਮਨ ਰੱਜ ਗਿਆ। ਅਤੇ ਜਿਹੜੇ ਨਾਮ ਦੇ ਨਾਲ ਜੁੜੇ ਨਹੀਂ, ਉਹਨਾਂ ਦਾ ਮਨ ਕਦੇ ਰੱਜਦਾ ਹੀ ਨਹੀਂ, ਉਹਦੀ ਕਦੇ ਤ੍ਰਿਪਤੀ ਹੁੰਦੀ ਹੀ ਨਹੀਂ, ਉਹ ਭੁੱਖੇ ਦਾ ਭੁੱਖਾ ਹੀ। ਸੋ ਇਸ ਵਾਸਤੇ ਹੁਣ ਗੁਰਮੁਖ ਪਿਆਰਿਓ, ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਤਾਂ ਕਿ ਅਸੀਂ ਅੰਤਰਮੁਖੀ ਹੋ ਕੇ ਉਹ ਨਾਮ ਖਜ਼ਾਨੇ ਤੱਕ ਪਹੁੰਚ ਸਕੀਏ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ, ਖੋਜਾਂਗੇ, ਸਾਡਾ ਮਨ ਪਾਸੇ ਨਹੀਂ ਜਾਏਗਾ, ਅਤੇ ਫਿਰ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ। ਨਹੀਂ ਤਾਂ ਜੇ ਜੀਵ ਖੋਜੀ ਨਹੀਂ ਬਣਦਾ, ਉਹਦਾ ਗੁਰਬਾਣੀ ਪੜ੍ਹਦੇ ਵੀ ਮਨ ਨਹੀਂ ਟਿਕਦਾ, ਤਾਂ ਕਰਕੇ ਉਹ ਧੋਤਾ ਨਹੀਂ ਜਾਂਦਾ ਮਨ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ, ਵਾਰ ਵਾਰ ਆਪਾਂ ਵਿਚਾਰ ਨੂੰ ਸੁਣਾਂਗੇ, ਅਤੇ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਲੱਗਣ ਲੱਗ ਜਾਂਦੀ, ਵੀ ਗੁਰਬਾਣੀ ਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ ਨੇ, ਕੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਣਾ ਹਰੇਕ ਸਾਲ ਸਮਾਗਮ ਹੁੰਦਾ ਹੈ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ, ਰੋਲੀ ਰੋਡ ਮੋਗਾ, 20 ਤਰੀਕ ਤੋਂ ਲੈ ਕੇ 31 ਤਰੀਕ ਤੱਕ ਇਹ ਆਪਣਾ ਸਮਾਗਮ ਕੈਂਪ ਚੱਲਣਾ ਹੈ, ਜਿਹਦੇ ਵਿੱਚ ਸਿਮਰਨ ਅਭਿਆਸ, ਢਾਡੀ ਵਾਰਾਂ, ਕੀਰਤਨ ਅਤੇ ਅਕਥ ਕਹਾਣੀ, ਕਿਵੇਂ ਆਪਾਂ ਪਰਮਾਤਮਾ ਤੋਂ ਵਿਛੜੇ ਅਤੇ ਕਿਵੇਂ ਹੁਣ ਆਪਾਂ ਜਿਉਂਦੇ ਜੀ ਮਿਲਾਪ ਕਰਨਾ, ਇਹ ਆਪਾਂ ਨੂੰ ਗੁਰਮੁਖ ਜਨ ਸਾਰਾ ਭੇਜ ਦੇਣਗੇ ਗੁਰਬਾਣੀ ਗੁਰੂ ਦੁਆਰਾ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਧਰਮਾਲਾ। ਸੋ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪਾਂ ਸੰਗਤ ਕਰਕੇ ਲਾਹਾ ਪ੍ਰਾਪਤ ਕਰ ਸਕਦੇ, ਜਿੰਨਾ ਵੀ ਆਪਾਂ ਸਮਾਂ ਕੱਢ ਸਕਦੇ। ਸਾਰਾ ਰਹਿਣ ਦਾ ਪ੍ਰਬੰਧ ਆਪਾਂ ਨੂੰ ਕੋਈ ਉੱਥੇ ਫਿਕਰ ਨਹੀਂ, ਸਿਰਫ ਜਾ ਕੇ ਸਿਮਰਨ ਨਹੀਂ ਕਰਨਾ ਅਤੇ ਲਾਹਾ ਕੱਟਣਾ। ਸੋ ਸੰਸਾਰੀ ਕਰਮ ਤਾਂ ਇਹ ਤਾਂ ਚੱਲਦੇ ਹੀ ਰਹਿਣੇ, ਇਹ ਖਤਮ ਨਹੀਂ ਹੁੰਦੇ। ਜਦੋਂ ਆਪਾਂ ਨਹੀਂ ਸੀ ਉਦੋਂ ਵੀ ਚੱਲੀ ਜਾਂਦੇ ਸੀ, ਅਤੇ ਜਦੋਂ ਆਪਾਂ ਨਹੀਂ ਰਹਿਣਾ ਇਹ ਉਦੋਂ ਵੀ ਚੱਲੀ ਜਾਣੇ, ਆਪਣੇ ਬਿਨਾਂ ਇਹ ਖੜ੍ਹਨ ਨਹੀਂ ਲੱਗੇ। ਇਹ ਸਿਰਫ ਸਾਡੇ ਮਨ ਨੂੰ ਭਰਮ ਹੁੰਦਾ ਹੈ ਵੀ ਸ਼ਾਇਦ ਜੇ ਮੈਂ ਨਹੀਂ ਕਰੂੰਗਾ ਤਾਂ ਪਤਾ ਨਹੀਂ ਚੱਲਣਾ ਹੀ ਨਹੀਂ। ਸੋ ਇਸ ਵਾਸਤੇ ਸਮਾਂ ਕੱਢ ਕੇ ਆਪਾਂ ਆਪਦੇ ਵਾਸਤੇ, ਇਹ ਆਪਣੇ ਵਾਸਤੇ ਨਿੱਜੀ ਹੈ। ਜਿਵੇਂ ਸੰਸਾਰੀ ਤਾਂ ਆਪਾਂ ਕਰਕੇ ਉਹਦੇ ਵਿੱਚੋਂ ਤਾਂ ਸਾਡੇ ਨਾਲ ਕੋਈ ਵੰਡਾ ਸਕਦਾ ਹੈ, ਇਹ ਜਿਹੜਾ ਆਪਾਂ ਸਿਮਰਨ ਭਗਤੀ ਸੰਗਤ ਕਰਦੇ ਇਹਦੇ ਵਿੱਚੋਂ ਸਾਡੇ ਨਾਲ ਕੋਈ ਵੰਡਾ ਨਹੀਂ ਸਕਦਾ। ਇਹ ਸਾਡਾ ਆਪਣਾ ਖੁਦ ਦਾ, ਸਾਡਾ ਨਿੱਜੀ, ਅਤੇ ਇਹਦੇ ਵਿੱਚ ਆਪਾਂ ਆਲਸ ਨਹੀਂ ਕਰਨਾ ਹੁੰਦਾ। ਮਹਾਰਾਜ ਕਹਿੰਦੇ ਵੀ ਇਹ ਸਾਡਾ ਖੁਦ ਦਾ ਕਾਰਜ ਹੈ, ਜਿਹੜਾ ਕਾਰਜ ਕਰਕੇ ਅਸੀਂ ਸਦਾ ਸੁਖੀ ਹੋਣਾ, ਸਾਡਾ ਮੁੱਖ ਉਜਲ ਹੋਣਾ, ਸਾਨੂੰ ਦਰਗਾਹ 'ਚ ਥਾਂ ਮਿਲਣੀ ਹੈ, ਅਤੇ ਇਹਦੇ ਵਿੱਚ ਢਿੱਲ ਨਾ ਕਰੋ, ਇਹਦੇ ਵਿੱਚ ਆਲਸ ਨਾ ਵਰਤੋ। ਮਾਰੇ ਫਰਮਾਉਂਦੇ ਆਪਣੇ ਕਾਰਜ ਕੋ ਕਿਉਂ ਲੁਕਾਈਏ, ਜਿਤ ਸਿਮਰਤ ਦਰਗਾਹ ਮਖੂਜਲ, ਸਦਾ ਸਦਾ ਸੁਖ ਪਾਈਏ। ਵੀ ਇਹਦੇ ਵਿੱਚ ਆਪਾਂ ਢਿੱਲ ਨਹੀਂ ਕਰਨੀ, ਜਿੰਨਾ ਆਪਾਂ ਸਮਾਂ ਕੱਢ ਸਕਦੇ ਹਾਂ ਸੰਗਤ ਕਰਕੇ ਆਪਾਂ ਵੱਧ ਤੋਂ ਵੱਧ ਲਾਹਾ ਖੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।